ਸੋ ਕਹੋ ਟਲ ਗੁਰ ਸੇਵੀਐ। ਅਹਨਸ ਸਹਿਜ ਸੁਭਾਈ, ਦਰਸ਼ਨ ਪਰਸੈ ਗੁਰੂ ਕੈ। ਜਨਮ ਮਰਨ ਦੁਖ ਜਾਏ, ਹੋਵੈ ਸਿਫਤ ਕਸਮ ਦੇ। ਨੂਰ ਅਰਸੋਂ ਕੁਰਸੋਂ ਝਟੀਐ, ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕਟੀਐ, ਸੱਜਣ ਸੱਚਾ ਪਾਤਸ਼ਾਹ। ਸਿਰ ਸ਼ਾਹ ਦੈ ਸ਼ਾਹੋ, ਜਿਸ ਪਾਸ ਬੈਠਿਆ ਸੋਈਐ। ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪਹਿਲ ਪੁਰੀਏ ਪੁੰਡਰਕ ਵਨਾ, ਤਾਂਚੇ ਹੰਸਾ ਸਗਲੇ ਜਨਾ। ਪਹਿਲ ਪੁਰੀਏ ਪੁੰਡਰਕ ਵਨਾ, ਤਾਂਚੇ ਹੰਸਾ ਸਗਲੇ ਜਨਾ। ਕ੍ਰਿਸ਼ਨਾ ਤੇ ਜਾਨੂ ਹਰ ਹਰ ਨਾਚੰਤੀ ਨਾਚਨਾ। ਪਹਿਲ ਪੁਰਸਾ ਬਿਰਾ ਅਥੋਨ ਪੁਰਸਾ ਡਮਰਾ। ਅਸਗਾ ਅਸ ਉਸਗਾ ਹਰ ਕਾ ਬਾਗਰਾ। ਨਾਚੇ ਪਿੰਦੀ ਮੈਂ ਸਾਗਰਾ ਰਹਾਉ। ਨਾਚੰਤੀ ਗੋਪੀ ਜਨਾ, ਨਈਆ ਤੇ ਬੈਰੇ ਕੰਨਾ। ਤਰਕ ਨਾਚਾ ਭ੍ਰਮੀਆ ਚਾ, ਕੇਸਵਾ ਬਚੋਨੀ ਅਈਏ ਮਈਏ ਏਕ ਆਨ ਜੀਓ। ਪਿੰਦੇ ਉਪਕਲੇ ਸੰਸਾਰਾ, ਭ੍ਰਮ ਭ੍ਰਮ ਆਏ ਤੁਮ ਚੇ ਦੁਆਰਾ। ਤੂੰ ਕੋਨ ਰੇ ਮੈਂ ਜੀ ਨਾਮਾ ਹੋ ਜੀ। ਆਲਾ ਤੇ ਨਿਵਾਰਣਾ ਜਮ ਕਾਰਣਾ। ਤੂੰ ਕੋਨ ਰੇ ਮੈਂ ਜੀ ਨਾਮਾ ਹੋ ਜੀ। ਆਲਾ ਤੇ ਨਿਵਾਰਣਾ ਜਮ ਕਾਰਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ, ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਆਪਾਂ ਵਡਭਾਗੇ ਹਾਂ ਜੋ ਪਰਿਪੂਰਨ ਪ੍ਰਮਾਤਮਾ ਨੇ ਇਸ ਕਲਯੁਗ ਦੇ ਸਮੇਂ ਦੇ ਵਿੱਚ ਕੁਝ ਪਲ ਗੁਰੂ ਕੀ ਹਜ਼ੂਰੀ ਵਿੱਚ ਆਉਣ ਦਾ ਸਤਿਗੁਰੂ ਪਾਤਸ਼ਾਹ ਨੇ ਸਾਡੇ ਤੇ ਰਹਿਮਤ ਕੀਤੀ ਹੈ। ਯਾਦ ਰੱਖਣਾ, ਬਾਤ ਮਿਹਨਤ ਨਾਲ ਨਹੀਂ ਬਣਦੀ, ਬਾਤ ਰਹਿਮਤ ਨਾਲ ਬਣਦੀ ਹੈ। ਗ੍ਰੰਥਾਂ ਦਾ ਮੁਤਾਲਿਆ ਕਰੀਏ, ਭਾਵੇਂ ਉਹ ਹਿੰਦੂ ਮਤ ਨੇ, ਭਾਵੇਂ ਇਸਲਾਮ ਮਤ ਹੈ, ਭਾਵੇਂ ਯਹੂਦੀ ਮਤ ਹੈ, ਹਰ ਮਜ਼ਹਬ ਨੇ ਕਿਰਪਾ ਤੇ ਜ਼ੋਰ ਦਿੱਤਾ ਹੈ। ਭਾਸ਼ਾਵਾਂ ਦੇ ਮੁਤਾਬਕ ਉਹਨੂੰ ਆਪਾਂ ਪ੍ਰਸਾਦ ਕਹਿ ਦਈਏ, ਰਹਿਮਤ ਕਹਿ ਦਈਏ, ਉਹਦੀ ਰਹਿਮਤ ਹੈ। ਨਹੀਂ ਤੇ ਐਸ ਮੈਕੀ ਯੁੱਗ ਵਿੱਚ ਮਨੁੱਖ ਮਾਇਆ ਦੀ ਪ੍ਰਾਪਤੀ ਵਾਸਤੇ ਦੇਸ਼ ਪ੍ਰਦੇਸ਼ ਵਿੱਚ ਜਾ ਸਕਦਾ ਹੈ, ਲੇਕਿਨ ਗੁਰੂ ਕੇ ਚਰਨਾਂ 'ਚ ਬਹਿਣ ਦਾ ਉਹਦੇ ਪਾਸ ਟਾਈਮ ਨਹੀਂ। ਇਹ ਸਤਿਗੁਰੂ ਪਾਤਸ਼ਾਹ ਨੇ ਰਹਿਮਤ ਕੀਤੀ। ਆਪਣੀ ਜ਼ਿੰਦਗੀ ਦੇ ਪਲ ਗੁਰੂ ਕੀ ਹਜ਼ੂਰੀ ਵਿੱਚ ਆਉਣ ਕਰਕੇ ਸਫਲੇ ਹੋ ਗਏ। ਆਪਾਂ ਕਈ ਵਾਰ ਸ਼ੰਕਾ ਕਰਦੇ ਹਾਂ ਵੀ ਭਾਈ ਸਾਹਿਬ ਇਹ ਘੜੀ ਆਉਣ ਨਾਲ ਕੀ ਹੋ ਜਾਏਗਾ। ਇਤਿਹਾਸ ਦੇ ਪੰਨਿਆਂ ਨੂੰ ਵਿਚਾਰੀਏ ਤੇ ਮਨ ਹੈਰਾਨ ਹੋ ਜਾਂਦਾ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਦਾ ਦਰਬਾਰ ਲੱਗਾ ਹੈ। ਇੱਕ ਸਿੱਖ ਹਜ਼ੂਰ ਦੇ ਪਾਵਨ ਸੀਸ ਤੇ ਚੌਰ ਕਰ ਰਿਹਾ ਹੈ।
ਜਦ ਕਿ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਬਚਨ ਨੇ, ਨਾਟਕ ਚੇਟਕ ਕੀਏ ਕਾਜਾ ਪ੍ਰਭ ਲੋਗਨ ਕੇ ਆਪਤ ਕਾਜਾ। ਲੇਕਿਨ ਇਤਿਹਾਸ ਦੇ ਪੰਨਿਆਂ ਦੇ ਮੁਤਾਬਕ ਇੱਕ ਮਦਾਰੀ ਆਪਣੇ ਰਿਸ਼ਤੇ ਬਾਂਦਰ ਨੂੰ ਨਾਲ ਲੈ ਕਰਕੇ ਬਾਹਰ ਜਾ ਰਿਹਾ ਸੀ। ਹਜ਼ੂਰ ਨੇ ਚੇਚੇ ਤੌਰ ਤੇ ਬੁਲਾਇਆ ਵੀ ਗੁਰਮੁਖੀ ਨੂੰ ਬੁਲਾਓ ਸਾਡੇ ਕੋਲ, ਔਰ ਉਸ ਮਦਾਰੀ ਨੂੰ ਆਖਿਆ ਵੀ ਪਿਆਰਿਆ ਇਹਨਾਂ ਦੀ ਕਰਤਬ ਵਿਖਾ। ਜਦੋਂ ਉਹ ਰਿਛ ਨੱਚਦਾ ਨਾ ਤੇ ਸਤਿਗੁਰੂ ਪਾਤਸ਼ਾਹ ਨੂੰ ਚੌਰ ਕਰਨ ਵਾਲਾ ਭਾਈ ਕੀਰਤੀਆ ਸਿੰਘ ਉਹ ਵਿਸ਼ੇਸ਼ ਤੌਰ ਤੇ ਖੜਖੜਾ ਕੇ ਹੱਸਦਾ, ਜਿਹਨੂੰ ਆਪਾਂ ਕਹਿੰਦੇ ਇਹਦੀ ਕੱਛਾਂ ਥਾਣੀ ਹਾਸਾ ਨਿਕਲਦਾ ਆਮ ਬੋਲੀ 'ਚ। ਸਿੰਘਾਂ ਨੇ ਆਖਿਆ ਵੀ ਪਾਤਸ਼ਾਹ ਭਾਈ ਕੀਰਤੀਆ ਸਿੰਘ ਬਹੁਤਾ ਖੁਸ਼ ਹੈ। ਤੇ ਕਲਗੀਧਰ ਬਾਪੂ ਕਹਿਣ ਲੱਗੇ ਦਾਦਾ ਜੂ ਹੋਇਆ, ਹੁਣ ਦਾਦਾ ਨੱਚੇ ਤੇ ਭਲਾ ਪੋਤੇ ਨੂੰ ਖੁਸ਼ੀ ਕਿਉਂ ਨਾ ਆਵੇ। ਜਦੋਂ ਇਹ ਸਤਿਗੁਰੂ ਪਾਤਸ਼ਾਹ ਨੇ ਗੱਲ ਕਹੀ, ਉਹਨੇ ਸਤਿਗੁਰੂ ਪਾਤਸ਼ਾਹ ਦੇ ਅੱਗੇ ਚੌਰ ਰੱਖ ਕੇ ਬੇਨਤੀ ਕੀਤੀ, ਪਾਤਸ਼ਾਹ ਨੂੰ ਛੁੱਟੀਆਂ ਦਿਓ। ਮੇਰੇ ਦਾਦੇ ਨੇ ਗੁਰੂ ਹਰਿ ਸੱਚੇ ਪਾਤਸ਼ਾਹ ਦੀ ਪਾਵਨ ਸੀਸ ਤੇ ਚੌਰ ਕੀਤਾ, ਉਹ ਰਿਛ ਬਣਿਆ ਤੇ ਮੈਂ ਤੁਹਾਨੂੰ ਚੌਰ ਕਰ ਰਿਹਾ, ਫਿਰ ਮੈਂ ਬਾਂਦਰ ਬਣਾਂਗਾ। ਹਜ਼ੂਰ ਕਹਿੰਦੇ ਗੁਰਮੁਖਾ ਗੁੱਸਾ ਬੜਾ ਕੀਤਾ ਹੈ ਭਾਈ। ਕਹਿਣ ਲੱਗੇ ਆਪਣਾ ਕਰਕੇ ਬੁਲਾਇਆ, ਆਪਣਾ ਕਰਕੇ। ਫੇਰ ਵੀ ਆਪਣਾ ਸੀ ਨਾ, ਗਲਤੀ ਕੀਤੀ ਬੁਲਾ ਲਿਆ। ਕਹਿਣ ਲੱਗਾ ਮੈਂ ਸਮਝਿਆ ਨਹੀਂ, ਮੈਂ ਬੇਨਤੀ ਕਰਨ ਲੱਗਾ ਵੀ ਗੁਰੂ ਕੀ ਹਜ਼ੂਰੀ ਵਿੱਚ ਇੱਕ ਪਲ ਆਉਣ ਦੇ ਨਾਲ ਵੀ ਗੁਰਮੁਖੂ ਬੇੜਾ ਬੰਨੇ ਹੋ ਜਾਂਦਾ ਹੈ। ਤੇ ਜੇ ਇੱਕ ਨਿੱਕੀ ਜੀ ਗਲਤੀ ਵੀ ਕਰੀਏ ਤੇ ਬੜੀ ਮਹਿੰਗੀ ਪੈਂਦੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜਦੋਂ ਇਹ ਬਚਨ ਕਹੇ ਤੇ ਇੱਕਦਮ ਠੰਡਾ ਹੋ ਗਿਆ। ਕਹਿਣ ਲੱਗਾ ਮੈਂ ਸਮਝਿਆ ਨਹੀਂ। ਹਜ਼ੂਰ ਕਹਿੰਦੇ ਪਏ ਗੁਰਮੁਖੋ ਗੁਰੂ ਹਰਿ ਸੱਚੇ ਪਾਤਸ਼ਾਹ ਦੇ ਪਾਵਨ ਦਰਬਾਰ ਵਿੱਚ ਭੋਗ ਪਿਆ, ਦੇਗ ਵਰਤਣ ਲੱਗੀ। ਤੇਰਾ ਦਾਦਾ ਦੇਗ ਵਰਤਾ ਰਿਹਾ ਸੀ। ਇੱਕ ਧੰਨਾ ਸਿੰਘ ਨਾਮ ਦਾ ਸਿੱਖ ਜ਼ਿਮੀਂਦਾਰਾ ਕਰਦਾ ਤੇ ਉਹ ਆਪਣੀ ਬਲਦਾਂ ਦੇ ਨਾਲ ਖੇਤ ਨੂੰ ਗੱਡ ਲੈ ਕੇ ਜਾ ਰਿਹਾ ਸੀ। ਮਨ ਵਿੱਚ ਵਿਚਾਰ ਆਈ, ਮਨਾ ਪਤਾ ਨਹੀਂ ਤੇਰੀ ਕਰਮਾਂ ਦਾ ਚੱਕਰ ਹੈ, ਤੂੰ ਕਦੇ ਗੁਰੂ ਕੀ ਸੰਗਤ ਵਿੱਚ ਹਾਜ਼ਰੀ ਨਹੀਂ ਭਰੀ, ਪਰ ਘੱਟ ਤੋਂ ਘੱਟ ਗੁਰੂ ਕਾ ਪ੍ਰਸਾਦ ਹੀ ਲੈ ਜਾ। ਉਹਦੀ ਵਿਚਾਰ ਨੂੰ ਪੜ੍ਹੀਦਾ ਤੇ ਹੈਰਾਨ ਹੋਈਦਾ ਵੀ ਭਾਵੇਂ ਉਹ ਪੜ੍ਹਿਆ ਨਹੀਂ, ਪੜ੍ਹਿਆ ਨੂੰ ਪਿੱਛੇ ਛੱਡ ਗਿਆ। ਕਹਿਣ ਲੱਗਾ ਹੈ ਤਾਂ ਕੜਾ ਨਾ, ਪਰ ਕਹਿੰਦੇ ਨੇ ਗੁਰੂ ਕਾ ਪ੍ਰਸਾਦ, ਹੋ ਸਕਦਾ ਇਹਦੇ ਨਾਲ ਹੀ ਗੱਲ ਬਣ ਜਾਏ। ਹੁਣ ਕੰਮਕਾਰ ਕਰਨ ਵਾਲਾ ਉਹ ਬੰਦਾ ਹੈ, ਕੱਪੜੇ ਸੁਧਾਰ ਨਹੀਂ ਹੋ ਸਕਦਾ, ਮਿੱਟੀ ਘੱਟਾ ਵੀ ਲੱਗਾ ਹੋਵੇ। ਗੱਡ ਦੇ ਅੱਗੇ ਜਿਹੜੇ ਬੈਠ ਕੇ ਸਨ ਉਹ ਬੜੇ ਅਲੜ ਸਨ ਤੇ ਮਨ ਵਿੱਚ ਤੌਖਲਾ ਵੀ ਇਹ ਵੀ ਕਿਤੇ ਮੇਰਾ ਇਹ ਗੱਡਾ ਟੇਢਾ ਨਾ ਹੋ ਜਾਏ, ਨੁਕਸਾਨ ਨਾ ਕਰਨੇ। ਬੈਠ ਕੇ ਅੱਗੇ ਹੁੰਦਾ ਉਹ ਕਾਲਾ ਪੈ ਗਿਆ ਦੇਗ ਵਰਤਾਉਣ ਵਾਲਾ ਭਾਈ ਸੋਭਾ ਰਾਮ। ਕਹਿੰਦਾ ਕਿਉਂ ਰਿਛ ਦੀ ਤਰ੍ਹਾਂ ਗਾਂ ਵਧੀ ਆਉਣਾ ਹੈ। ਆਪਾਂ ਕਈ ਵਾਰ ਗੱਲ ਨਹੀਂ ਗੌੜਦੇ, ਨਿੱਕੀ ਜੀ ਗੱਲ ਬਹੁਤ ਵੱਡੀ ਹੋ ਜਾਂਦੀ ਹੈ। ਕਹਿਣ ਲੱਗਾ ਰਿਛ ਤਰ੍ਹਾਂ ਕਿਉਂ ਵਧਿਆ ਆਉਣਾ ਹੈ। ਗੁਰਮੁਖੋ ਕਹਿਣਾ ਸੌਖਾ ਤੇ ਕਰਨਾ ਬੜਾ ਔਖਾ ਜੇ। ਕਹਿ ਦੇਣਾ ਸੌਖਾ ਹੈ, ਲੇਕਿਨ ਪ੍ਰੈਕਟੀਕਲ ਤੌਰ ਤੇ ਕਰਨਾ ਬਹੁਤ ਔਖਾ। ਉਹ ਥੱਲੇ ਜਿਹੜਾ ਕਿਣਕਾ ਡਿੱਗਾ ਸੀ ਨਾ, ਪ੍ਰਸ਼ਾਦ ਵਰਤਾਉਂਦਿਆਂ ਉਹਨੇ ਇੱਕ ਤਾਂ ਮੂੰਹ ਵਿੱਚ ਪਾਇਆ ਤੇ ਨਾਲ ਆਖਿਆ ਮਿੱਤਰਾ ਮੈਂ ਰਿਛ ਨਹੀਂ, ਰਿਛ ਤੂੰ ਹੋਵੇਂਗਾ ਜਿਹੜਾ ਗੁਰੂ ਕੀ ਹਜ਼ੂਰੀ ਵਿੱਚ ਵੀ ਆ ਕੇ ਇਸ ਤਰ੍ਹਾਂ ਬੋਲਦਾ ਹੈ। ਕੀਰਤੀ ਸਿੰਘਾ ਤੂੰ ਗੁੱਸਾ ਕਰ ਗਿਆ, ਇਹ ਤੇਰੇ ਦਾਦੇ ਦੀ ਇਸ ਕਰਤੂਤ ਕਰਕੇ ਇਹ ਹਾਲਤ ਹੋਈ। ਤੇ ਦੂਜੇ ਪਾਸੇ ਉਸ ਗੁਰਸਿੱਖ ਨੇ ਇਹ ਕਿਣਕਾ ਲੈ ਕੇ ਤੇ ਗੁਰਮੁਖੋ ਆਪਣਾ ਜੀਵਨ ਸਫਲਾ ਕਰ ਲਿਆ। ਮੈਂ ਇਹ ਤਾਂ ਬੇਨਤੀ ਕੀਤੀ ਵੀ ਆਪਾਂ ਜੇ ਆਏ ਆ ਨਾ ਤੇ ਇਹ ਮਤਾਂ ਸਮਝਿਆ ਵੀ ਅਸੀਂ ਕਦੇ ਨਾਗਾ ਨਹੀਂ ਪਾਇਆ, ਹਰ ਸਾਲ ਜਾਂਦੇ ਆ। ਮੈਂ ਇੱਕ ਬਜ਼ੁਰਗ ਕੋਲੋਂ
ਸ਼ੇਰ ਸੁਣਿਆ ਸੀ। ਮੁਸਲਮਾਨ ਸੀ ਉਹ ਜੇਲ੍ਹ ਵਿੱਚ। ਰੱਬਾ ਤੂੰ ਨਾ ਕਰੇ ਤੇ ਕਰੇ ਕਿਹੜਾ, ਮੇਰੀਆਂ ਸਭ ਜ਼ਰੂਰਤਾਂ ਪੂਰੀਆਂ ਨੂੰ, ਲੋਕੀ ਤੱਕਦੇ ਮੇਰੇ ਗੁਨਾਹ ਵੱਲੇ, ਮੈਂ ਤੱਕਦਾ ਰਹਿਮਤਾਂ ਤੇਰੀਆਂ ਨੂੰ। ਇਹ ਮੇਰੇ ਵਾਹਿਗੁਰੂ, ਲੋਕੀ ਮੇਰੇ ਗੁਨਾਹ ਵੱਲ ਵੇਖਦੇ ਨੇ, ਮੈਂ ਤੇਰੀ ਰਹਿਮਤ ਨੂੰ ਤੱਕਦਾ। ਤੇ ਮੈਂ ਗੁਰਮੁਖੋ ਵਾਰ-ਵਾਰ ਬੇਨਤੀ ਕਰ ਰਿਹਾ ਵੀ ਮਿਹਨਤ ਨਾਲੋਂ ਰਹਿਮਤ ਵੱਡੀ ਜੇ। ਇਹ ਭੁਲੇਖਾ ਸਾਨੂੰ, ਮਿਹਨਤ ਨਾਲੋਂ ਰਹਿਮਤ ਵੱਡੀ ਹੈ। ਜਿਹਦੇ ਤੇ ਗੁਰੂ ਰਹਿਮਤ ਕਰਦੇ ਉਹਦਾ ਜੀਵਨ ਸਫਲਾ। ਆਪਾਂ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਸਿੱਖਾਂ, ਆਪ ਬਾਣੀ ਪੜ੍ਹਦੇ ਹੋ, ਗੁਰੂ ਕੀ ਬਾਣੀ ਚ ਵਾਰ-ਵਾਰ ਗੁਰਪ੍ਰਸਾਦ ਦੀ ਰਹਿਮਤ ਹੋ ਜਾਏ ਤੇ ਜਿਹੜੇ ਨਿੰਦਕ ਨੇ ਉਹ ਵੀ ਤਰ ਜਾਂਦੇ ਹਨ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਹੁਤ ਰਹਿਮਤ ਕੀਤੀ ਹੈ ਕਿ ਆਪਾਂ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਬੈਠ ਕੇ ਆਪਣੀ ਜ਼ਿੰਦਗੀ ਦੀ ਪਲਾਂ ਨੂੰ ਸਫਲ ਕਰ ਰਹੇ ਹਾਂ। ਹਜ਼ੂਰ ਰਹਿਮਤ ਕਰਨ। ਅੱਜ ਮੈਂ ਕਥਾ ਕਰਨ ਤੋਂ ਥੋੜਾ ਜਿਹਾ ਡਰ ਰਿਹਾ ਕਿਉਂਕਿ ਤੂੰ ਸਾਰੇ ਵਿਦਵਾਨ ਹੋ, ਗਿਆਨੀ ਹੋ, ਤੇ ਆਮ ਬੋਲੀ ਚ ਆਪਾਂ ਕਹਿੰਦੇ ਆ ਹੁਕਮਨਾਮਾ ਬੜਾ ਔਖਾ ਆਇਆ। ਇਹ ਔਖਾ ਨਹੀਂ, ਇਹਨੂੰ ਕਹਿੰਦੇ ਮਹਿੰਗਾ। ਜਦੋਂ ਉਸਤਾਦ ਕੋਲ ਪੜ੍ਹਨ ਚਾਹੀਦਾ ਨਾ ਤੇ ਸਾਨੂੰ ਸਮਝ ਨਹੀਂ ਆਉਂਦੀ, ਅਸੀਂ ਕਹਿੰਦੇ ਸਾਂ ਅੱਜ ਬੜਾ ਔਖਾ, ਕਹਿਣ ਲੱਗੇ ਭਾਈ ਮਹਿੰਗਾ ਕਹੋ। ਇਸ ਕਰਕੇ ਇਸ ਬਾਣੀ ਦੇ ਅਰਥ ਗੁਰੂ ਨੇ ਕੀਤੇ ਤੇ ਗੁਰਮੁਖੋ ਗੁਰੂ ਹੀ ਜਾਣਦਾ ਹੈ। ਮੈਂ ਸਾਦੀ ਜੀ ਗੱਲ ਕਰਨ ਲੱਗਾ, ਆਪਾਂ ਇੱਕ ਓਂਕਾਰ ਸਾਰੇ ਪੜ੍ਹਦੇ ਤੇ ਸੁਣਦੇ ਆ, ਲੇਕਿਨ ਮੇਰੇ ਪੜ੍ਹਨ ਵਿੱਚ ਆਇਆ ਹੈ ਕਿ ਇਸ ਇੱਕ ਓਂਕਾਰ ਦੇ ਸੰਬੰਧ ਵਿੱਚ 63 ਟੀਮਾਂ ਨੇ। 63, 1 2 3 ਨਹੀਂ, 63 ਟੀਮਾਂ ਨੇ, 7 ਪਾਰਟੀਆਂ ਨੇ, ਔਰ ਉਹਨਾਂ 7 ਪਾਰਟੀਆਂ ਦੀ ਅੱਗੇ 9 ਰਾਇਆਂ ਨੇ। ਉਹ ਕਹਿੰਦਾ ਵੀ ਇਹਦੇ ਅਰਥ ਆਹ ਹੋਣੇ ਚਾਹੀਦੇ ਨੇ, ਉਹ ਕਹਿੰਦਾ ਇਹਦੇ ਅਰਥ ਆਹ ਹੋਣੇ ਚਾਹੀਦੇ। ਜੇ ਇੱਕ ਓਂਕਾਰ ਤੇ 63 ਟੀਮਾਂ ਬਣ ਗਈਆਂ, ਇਸ ਹੁਕਮਨਾਮੇ ਦੇ ਬਾਰੇ ਆਪਾਂ ਕਿੰਨੀਆਂ ਕੁ ਟੀਮਾਂ ਬਣ ਸਕਦੇ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਨ। ਮੈਂ ਹਰ ਸਾਲ ਬੇਨਤੀ ਕਰਦਾ ਨਾ, ਪਾਤਸ਼ਾਹ ਤੂੰ ਸਮਰੱਥ ਹੈ। ਤੂੰ ਕਦੇ ਪੰਜੋਖਰਾ ਸਾਹਿਬ ਛੱਜੂ ਝੋਰ ਦੇ ਸਿਰ ਤੇ ਹੱਥ ਰੱਖਿਆ, ਉਹਨੇ ਗੀਤਾ ਦੇ ਅਰਥ ਕਰ ਦਿੱਤੇ। ਤੇ ਤੂੰ ਤਾਂ ਉਹ ਹੈ ਨਾ, ਮੇਰੇ ਸਿਰ ਤੇ ਵੀ ਹੱਥ ਰੱਖੀ, ਕਿਉਂਕਿ ਕਰਤੇ ਦੀ ਬਾਣੀ ਦੇ ਅਰਥ ਗੁਰਮੁਖੋ ਕਰਤਾ ਜਾਣਦਾ। ਜਿਹੜਾ ਦਾਵਾ ਕਰਨਾ ਨਾ ਵੀ ਮੈਂ ਇਹ ਅਰਥ ਕੀਤੇ ਤੇ ਬਿਲਕੁਲ ਠੀਕ ਨੇ, ਇਹ ਬਿਲਕੁਲ ਭੁਲੇਖਾ ਹੈ। ਕਰਤਾਰ ਦੀ ਬਾਣੀ, ਕਰਤੇ ਦੀ ਬਾਣੀ ਦੇ ਅਰਥ ਕੇਵਲ ਕਰਤਾਰ ਜਾਣਦਾ ਹੈ। ਪਰ ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਂ ਤੇਤੀ। ਪਾਤਸ਼ਾਹ ਜਿਵੇਂ ਤੂੰ ਮਨੁੱਖ ਨੂੰ ਜਣਾਉਣਾ ਹੈ ਉਹਦੇ ਮੁਤਾਬਕ ਬੋਲਦੇ ਨੇ। ਆਪ ਕਿਰਪਾ ਕਰੀ, ਆਪ ਰਹਿਮਤ ਕਰੀ। ਔਰ ਅੱਜ ਦੇ ਹੁਕਮਨਾਮੇ ਦਾ ਜੋ ਸਾਰਾਂਸ਼ ਹੈ, ਨਿਚੋੜ ਹੈ, ਉਹ ਗੁਰਮੁਖੋ ਇਹ ਹੈ, ਵੱਖ-ਵੱਖ ਧਰਮਾਂ ਨੇ ਇਸ ਸੰਸਾਰ ਦੀ ਉਤਪਤੀ ਦੇ ਬਾਰੇ ਵੱਖ-ਵੱਖ ਖਿਆਲ ਦਿੱਤੇ ਹਨ। ਕੋਈ ਕਹਿੰਦਾ ਵੀ ਇਸ ਤਰ੍ਹਾਂ ਸ੍ਰਿਸ਼ਟੀ ਬਣੀ, ਕੋਈ ਕਹਿੰਦਾ ਇਸ ਤਰ੍ਹਾਂ ਸ੍ਰਿਸ਼ਟੀ ਬਣੀ। ਲੇਕਿਨ ਅੱਜ ਦੇ ਪਾਵਨ ਪਵਿੱਤਰ ਫਰਮਾਨ ਵਿੱਚ ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੇ ਜਿਹੜਾ ਗੁਰਮਤਿ ਦਾ ਪੱਖ ਉਹ ਆਪਣੇ ਨਾਲ ਸਾਂਝਾ ਕੀਤਾ ਹੈ। ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਵਿੱਚ ਵਾਧਾ ਇਹ ਹੈ, ਇੱਥੇ ਹਿੰਦੂ, ਸਿੱਖ, ਮੁਸਲਮਾਨ, ਈਸਾਈ ਦੀ ਬਾਤ ਨਹੀਂ। ਮੈਂ ਕੁਰਾਨ 2 ਵਾਰ ਪੜ੍ਹਿਆ ਹੈ, ਕੁਰਾਨ ਵਿੱਚ ਕਿਤੇ ਰਾਮ ਨਹੀਂ ਲੱਭਦਾ। ਕੁਰਾਨ ਨੂੰ ਰਾਮ ਨਾਲ ਅਲਰਜੀ ਹੈ। ਮੈਂ ਵਿਦਾਂਤ ਸ਼ਾਸਤਰ ਪੜ੍ਹਿਆ, ਵਿਦਾਂਤ ਸ਼ਾਸਤਰ ਵਿੱਚ ਅੱਲਾ ਨਹੀਂ ਲੱਭਦਾ। ਇਹ ਨਹੀਂ ਨਫ਼ਰਤ, ਕੋ ਅੱਲਾ ਸੁਣਨ ਨੂੰ ਤਿਆਰ ਨਹੀਂ, ਕੋ ਰਾਮ ਸੁਣਨ ਨੂੰ ਤਿਆਰ ਨਹੀਂ। ਇਹ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੇ ਜਿਹੜੇ ਰਾਮ ਤੇ ਅੱਲਾ ਨੂੰ ਇੱਕ ਕਹਿੰਦੇ ਹਨ। ਔਰ ਇਸ ਲੜੀ ਦੇ ਤਹਿਤ ਜਿੱਥੇ ਮਹਾਨ ਮਹਾਂਪੁਰਸ਼ ਸਾਈਂ ਜੀ ਬਾਬੇ ਫਰੀਦ ਦੀ ਬਾਣੀ ਮੁਸਲਮਾਨ ਨੇ,
ਜੈ ਦੇ ਬ੍ਰਾਹਮਣ ਦੀ ਬਾਣੀ, ਬਾਬਾ ਕਬੀਰ ਮੇਰੇ ਵਰਗਾ ਖੱਡੀਆਂ ਉੜਨ ਵਾਲਾ, ਉਹਨਾਂ ਸਾਰਿਆਂ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸਨਮਾਨ ਦਿੱਤਾ ਹੈ। ਔਰ ਇਹਨਾਂ ਭਗਤਾਂ ਦੇ ਬਾਰੇ ਅਸੀਂ ਆਮ ਤੌਰ 'ਤੇ ਜਦੋਂ ਇਤਿਹਾਸ ਪੜ੍ਹਦੇ ਹਾਂ ਤੇ ਪ੍ਰਚਲਿਤ ਰਵਾਇਤ ਮੁਤਾਬਕ ਕਹਿੰਦੇ ਕਿ ਬਾਬੇ ਨਾਮਦੇਵ ਨੂੰ 72ਵੇਂ ਨਾਲ ਰੱਬ ਦੇ ਦਰਸ਼ਨ ਹੋਏ, ਜੋ ਰਵਾਇਤ ਹੈ। ਲੇਕਿਨ ਬਾਬਾ ਨਾਮਦੇਵ ਕਹਿੰਦੇ ਭੋਲਿਓ ਗਿਣਤੀ ਨਾ ਕਰੋ, ਤੁਸੀਂ 72 73 ਵਿੱਚ 73 ਵਿੱਚ ਉਲਝੇ ਹੋਏ ਹੋ। ਨਾਮਦੇਵ ਬਸੇ ਹਰ ਜੀਉ ਸੰਗ, ਤੁਸੀਂ ਕਹਿੰਦੇ 72ਵੇਂ ਨਾ, ਮੈਨੂੰ ਪੁੱਛ ਕੇ ਵੇਖੋ ਤੇ 8 ਪੈਰ ਮੇਰੇ ਨਾਲ ਵਾਹਿਗੁਰੂ ਵਸਦਾ। ਇਹ ਬਾਬੇ ਨਾਮਦੇਵ ਸ਼ਬਦ, ਨਾਮਦੇਵ ਬਸੇ ਹਰ ਜੀਉ ਸੰਗ, ਉਹ ਪਰਿਪੂਰਨ ਪ੍ਰਮਾਤਮਾ 8 ਪੈਰ ਮੇਰੇ ਅੰਗ ਸੰਗ ਹੈ। ਆਪਾਂ ਰੋਜ਼ ਪਾਠ ਕਰਦੇ ਹਾਂ, ਪਤਾ ਨਹੀਂ ਕੀ ਗੱਲ ਚੇਤਾ ਕਿਉਂ ਭੁੱਲ ਜਾਂਦਾ ਹੈ। ਸਦਾ ਅੰਗ ਸੰਗੇ ਅਪੰਗੰ ਕੂਤੇ, ਗੁਰਮੁਖਾ ਵਿਘਨਾਂ ਨੂੰ ਨਾਸ ਕਰਨ ਵਾਲਾ, ਸਮੁੱਚੀ ਸੰਪਤੀ ਨੂੰ ਦੇਣ ਵਾਲਾ, ਉਹ ਤੇਰੇ ਅੰਗ ਸੰਗ ਹੈ। ਔਰ ਉਸ ਪਰਮੇਸ਼ਰ ਦੇ ਪਿਆਰੇ ਬਾਬਾ ਨਾਮਦੇਵ ਜੀ ਦੀ ਪਾਵਨ ਰਸਨਾ ਤੋਂ ਸੰਸਾਰ ਦੀ ਉਤਪਤੀ ਕਿਸ ਤਰ੍ਹਾਂ ਹੋਈ, ਇਸ ਪੱਖ ਨੂੰ ਸਤਿਗੁਰੂ ਪਾਤਸ਼ਾਹ ਕਿਰਪਾ ਕਰਕੇ ਸਮਝਾ ਰਹੇ ਨੇ। ਹਜ਼ੂਰ ਰਹਿਮਤਾਂ ਕਰਨ, ਆਪਾਂ ਜ਼ਬਾਨ ਪਵਿੱਤਰ ਕਰ ਲਈਏ। ਪ੍ਰਸ਼ਾਦਾ ਪਾਣੀ ਛਕਦੇ ਆ ਨਾ, ਹੱਥ ਧੋਣੇ ਕਿ ਹੱਥ ਸਾਫ਼ ਹੋ ਜਾਏ। ਤੇ ਸਾਡੀ ਜਿਹੜੀ ਜ਼ਬਾਨ ਇਹ ਤਾਂ ਹੈ ਹੀ ਡਬਲ, ਨਾਲੇ ਇਹ ਕਰਮ ਇੰਦਰਾ ਹੈ, ਨਾਲੇ ਇਹ ਗਿਆਨ ਇੰਦਰਾ ਹੈ। ਇਹਨੂੰ ਸੱਚਿਆਂ ਕਰਨਾ ਇੱਕੋ ਇੱਕ ਤਰੀਕਾ ਵੀ ਆਪਾਂ ਬੋਲ ਗਏ ਸਤਿਨਾਮ ਵਾਹਿਗੁਰੂ। ਹਾਂਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਪਹਿਲ ਪੁਰੀਏ ਪੁੰਡਰਕ ਬਨਾ। ਅਸੀਂ ਹਿੰਦੁਸਤਾਨ ਦੇ ਪ੍ਰਾਤਨ ਗ੍ਰੰਥਾਂ ਨੂੰ ਵੇਖਦੇ ਹਾਂ ਤੇ ਇਹਦੇ 'ਚ ਇਹ ਲਿਖਿਆ ਹੈ ਕਿ ਸਾਰਿਆਂ ਤੋਂ ਪਹਿਲਾਂ ਕਵਲ ਦਾ ਫੁੱਲ ਪੈਦਾ ਹੋਇਆ। ਮੈਂ ਬਹੁਤ ਵੇਰਾ ਹੁਣੇ ਬੇਨਤੀ ਕੀਤੀ ਹੈ ਕਿ ਵੱਖ-ਵੱਖ ਮਤਾਂ ਦੇ ਵੱਖ-ਵੱਖ ਵਿਚਾਰ ਨੇ। ਮੈਂ ਇਹ ਵੀ ਵਿਧਾਂਤ ਵਿੱਚ ਪੜ੍ਹਿਆ ਔਰ ਗੁਰਬਾਣੀ ਵਿੱਚ ਵੀ ਉਹਦਾ ਜ਼ਿਕਰ ਆਉਂਦਾ ਹੈ, 36 ਜੁਗ ਬਾਰਸਾ ਆਪੇ ਗਣਤ ਕੀਨੀ। 36 ਜੁਗ, ਔਰ ਇਹ ਇੰਨਾ ਲੰਮਾ ਸਮਾਂ ਹੈ। ਜਿਹੜਾ ਸਤਿਯੁਗ ਦਾ ਸਮਾਂ, ਉਹਦੀ ਜਿਹੜੀ ਟਾਈਮ ਹੈ ਉਹ 17,68,000 ਵਰਾ ਲਿਖਿਆ। ਤ੍ਰੇਤੇ ਦੀ ਉਮਰ 12,96,000 ਵਰਾ ਹੈ। ਦੁਆਪਰ ਦੀ ਉਮਰ 8,64,000 ਵਰਾ ਹੈ। ਕਲਯੁਗ ਦੀ ਉਮਰ 4,32,000 ਵਰਾ ਹੈ। ਔਰ ਇਹਦੀ ਇੱਕ ਚੌਂਕੜੀ ਬਣਦੀ ਹੈ। ਔਰ ਇਸੇ ਪ੍ਰਕਾਰ 9 ਚੌਕਾ 36, ਇਹ ਅੰਦਾਜ਼ਾ ਲਾ ਲਓ। ਕਹਿੰਦੇ ਨੇ ਇਸ ਪ੍ਰਕਾਰ ਇੰਨਾ ਸਮਾਂ ਹਨੇਰਾ ਸੀ ਅਕੋਰਡਿੰਗ ਟੂ ਹਿੰਦੂਇਜ਼ਮ। ਔਰ ਉਸ ਕਬਰ ਦੇ ਫੁੱਲ ਦੇ ਵਿੱਚੋਂ ਇਹ ਬ੍ਰਹਮਾ ਪੈਦਾ ਹੋਇਆ। ਔਰ ਇਹਨੂੰ ਆਕਾਸ਼ਬਾਣੀ ਹੋਈ ਵੀ ਗੁਰਮੁਖਾ ਤੂੰ ਕਬਰ ਦੇ ਫੁੱਲ ਵਿੱਚੋਂ ਪੈਦਾ ਹੋਇਆ। ਇਹਨੇ 3 ਠੁੱਡੇ ਕਬਰ ਦੇ ਫੁੱਲ ਨੂੰ ਮਾਰੇ ਵੀ ਮੈਂ ਐਡਾ ਵੱਡਾ ਤੇ ਮੈਂ ਇਹਦੇ 'ਚੋਂ ਕਿਵੇਂ ਪੈਦਾ ਹੋ ਗਿਆ। ਉਹਦੇ 'ਚ ਇਹ ਲਿਖਿਆ ਕਿ 36 ਯੁੱਗਾਂ ਦੇ ਅੱਧੇ ਸਮੇਂ ਦੇ ਵਿੱਚ ਇਹ ਥੱਲੇ ਜਿਵੇਂ ਰੋਡ ਡਿੱਗਦਾ ਨਾ ਨਾਲੀ 'ਚ, ਇਸ ਤਰ੍ਹਾਂ ਡਿੱਗਾ ਤੇ ਮੁੜ ਕੇ ਇਹਨੇ ਬੇਨਤੀ ਕੀਤੀ ਔਰ ਇਹ ਫਿਰ ਪਾਰ ਪ੍ਰਗਟ ਹੋਇਆ। ਮੈਂ ਨਾਲ ਨਾਲ ਬੇਨਤੀ ਕਰ ਰਿਹਾ ਵੀ ਇਹ ਹਿੰਦੂ ਇਤਿਹਾਸ ਵਿੱਚ ਜੋ ਲਿਖਿਆ ਮੈਂ ਉਹਦੇ ਮੁਤਾਬਕ ਕਹਿ ਰਿਹਾ। ਜੇ ਤੁਸੀਂ ਕਹੋ ਨਾ ਵੀ ਗਿਆਨੀ ਜੀ ਗੁਰਮਤਿ ਨਹੀਂ, ਮੇਰਾ ਗੁਰਮਤਿ ਨਾਲ ਕੋਈ ਇੱਥੇ ਸੰਬੰਧ ਨਹੀਂ। ਮੈਂ ਕੇਵਲ ਤੇ ਕੇਵਲ ਉਹਨਾਂ ਗ੍ਰੰਥਾਂ ਦੇ ਬੇਸ ਤੇ ਬੇਨਤੀ ਕਰ ਰਿਹਾ। ਜਦ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਇਹਦੇ ਤੋਂ ਬਹੁਤ ਅੱਗੇ ਨੇ। ਆਪਾਂ ਰੋਜ਼ ਪਾਠ ਕਰਦੇ ਹਾਂ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਆਸਾ ਦੀ ਵਾਰ ਦਾ ਆਪਾਂ ਕੀਰਤਨ ਸਰਵਣ ਕੀਤਾ ਹੈ ਔਰ ਪੰਕਤੀਆਂ ਪੜ੍ਹੀਆਂ ਸਨ ਗੁਰੂ ਕੇ ਪਿਆਰਿਆਂ ਨੇ। ਖਸਮ ਛੋੜ ਦੂਜੇ ਲੱਗੇ, ਡੂਬੇ ਸੇ ਵਣਜਾਰਿਆ, ਸਤਿਗੁਰੂ ਹੈ ਬੋਏ ਥਾ ਵੇਲੇ ਕਨੇ ਵਿਚਾਰਿਆ। ਗੁਰੂ ਕੀ ਬਾਣੀ ਵਿੱਚ ਵਾਰ-ਵਾਰ ਸਾਨੂੰ ਖਸਮ ਨਾਲ ਜੁੜਨ ਦਾ ਹੁਕਮ ਹੈ। ਜਿਹਨੂੰ ਆਪਾਂ ਕਹਿੰਦੇ ਦਾਤ ਪਿਆਰੀ ਵਿਸਰਿਆ ਦਤਾਰਾ। ਜਿਹੜਾ ਦਾਤਾਂ ਦੇਣ ਵਾਲਾ ਉਹ ਭੁੱਲ ਜਾਂਦਾ ਤੇ ਆਪਾਂ ਨੂੰ ਕੇਵਲ ਤੇ ਕੇਵਲ ਦਾਤਾਂ ਚੇਤੇ ਰਹਿ ਜਾਂਦੀਆਂ ਨੇ।
ਹਜ਼ੂਰ ਕਹਿੰਦੇ ਦਾਤੇ ਨੂੰ ਚੇਤੇ ਕਰ। ਆਪਾਂ ਰੋਜ਼ ਪੜ੍ਹਦੇ ਹਾਂ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਹੇ ਮੇਰੇ ਵਾਹਿਗੁਰੂ, ਹੇ ਮੇਰੇ ਸਤਿਗੁਰੂ, ਮੈਨੂੰ ਇਹ ਜਣਾ ਦੇ ਕਿ ਸਾਰਿਆਂ ਦਾ ਮਾਲਕ ਇੱਕ ਹੈ। ਸੰਸਾਰੀ ਦਾ ਭਾਵ ਬ੍ਰਹਮਾ, ਭੰਡਾਰੀ ਦਾ ਭਾਵ ਵਿਸ਼ਨੂੰ, ਲਾਏ ਦੀ ਬਾਣ ਦਾ ਭਾਵ ਹੈ ਸ਼ਿਵ ਜੀ। ਗੁਰਮਤ ਕੀ ਹੈ? ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ, ਅੱਗੇ ਉਹਦਾ ਜਿਵਤ ਸੁਭਾਵੇ, ਇਹਨੂੰ ਕਹਾਂਗੇ ਪੰਜਾਬੀ ਦੀ ਵਿਆਕਰਨ ਵਿੱਚ ਅੰਨੇ ਪੁਰਖ। ਜਿਵੇਂ ਉਸ ਅੰਨੇ ਪੁਰਖ ਨੂੰ ਭਾਉਂਦਾ ਉਹਦੇ ਮੁਤਾਬਕ ਇਹ ਤਿੰਨ ਕੰਮ ਕਰਦੇ, ਪਰ ਇਹ ਸੁਤੰਤਰ ਨਹੀਂ, ਪਤੰਤਰ ਹਨ। ਜਦੋਂ ਆਪਾਂ ਕਹਿੰਦੇ ਵੀ ਸਿੱਖ ਮਤ ਹਿੰਦੂ ਮਤ ਤੋਂ ਅਲੱਗਾ, ਉਹਦਾ ਮੇਨ ਕਾਰਨ ਕੋਈ ਬ੍ਰਹਮਾ ਦੀ ਪੂਜਾ ਕਰਦਾ, ਕੋਈ ਸ਼ਿਵ ਜੀ ਦੀ ਪੂਜਾ ਕਰਦਾ ਹੈ, ਕੋਈ ਵਿਸ਼ਨੂੰ ਦੀ ਪੂਜਾ ਕਰਦਾ ਹੈ, ਲੇਕਿਨ ਗੁਰੂ ਕਾ ਸਿੱਖ ਕੇਵਲ ਤੇ ਕੇਵਲ ਇੱਕ ਅਕਾਲ ਦੀ ਪੂਜਾ ਕਰਦਾ। ਉਸ ਅੰਨੇ ਪੁਰਖ ਕਿਉਂ ਕਰਦਾ? ਉਹ ਵੀ ਆਪਾਂ ਪੜ੍ਹਦੇ, ਕਾਲ ਪਾਏ ਬ੍ਰਹਮਾ ਬਪਧਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨੂੰ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਇਹ ਸਾਰਾ ਕਾਲ ਦਾ ਇੱਕ ਡਰਾਮਾ ਹੈ। ਜਿਹਨੇ ਕਾਲ ਪੈਦਾ ਕੀਤਾ ਗੁਰਮੁਖਾ ਤੂੰ ਉਹਦੇ ਨਾਲ ਜੋੜ। ਜਿਹਨੂੰ ਆਪਾਂ ਕਹਿੰਦੇ ਖਾਲਸਾ ਅਕਾਲ ਪੁਰਖ ਦੀ ਫੌਜ, ਇੱਥੇ ਕਾਲ ਪੁਰਖ ਦੀ ਨਹੀਂ, ਅਕਾਲ। ਅਕਾਲ ਤੋਂ ਭਾਵ ਕਾਲ ਤੋਂ ਰਹਿਤ, ਜਿਹੜਾ ਕਾਲ ਦੇ ਦਿਨ, ਅਸੀਂ ਉਹਦੇ ਪੁਜਾਰੀ ਨਹੀਂ। ਖਾਲਸਾ ਅਕਾਲ ਪੁਰਖ ਦੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਉਸ ਪਰਮਾਤਮਾ ਦੀ ਮੌਜ ਦੇ ਵਿੱਚ ਇਹ ਸੰਸਾਰ ਪੈਦਾ ਹੋਇਆ ਹੈ, ਇਹ ਖਾਲਸਾ ਪੈਦਾ ਹੋਇਆ ਹੈ। ਇਸ ਕਰਕੇ ਇੱਥੇ ਉਹ ਉਦਾਹਰਨ ਦਿੱਤੀ ਹੈ, ਪਹਿਲ ਪੁਰੀਏ ਪੁੰਡਰਕ ਵੰਨਾ। ਉਸ ਹਿੰਦੂ ਮਤ ਦੇ ਮੁਤਾਬਕ ਸਾਰਿਆਂ ਤੋਂ ਪਹਿਲਾਂ ਜਿਹੜਾ ਕਮਲ ਫੁੱਲ ਹੈ ਨਾ, ਉਹ ਪੈਦਾ ਹੋਇਆ। ਇਹਦੇ ਵਿੱਚ ਸਤਿਗੁਰੂ ਪਾਤਸ਼ਾਹ ਦੀ ਬਾਣੀ ਵਿੱਚ ਬਾਬਾ ਨਾਮਦੇਵ ਪਹਿਲਾਂ ਉਹ ਪੱਖ ਵਰਣਨ ਕਰਕੇ ਤੇ ਮੁੜ ਕੇ ਇਹਦਾ ਜਵਾਬ ਹੀ ਦੇਣਗੇ। ਜਿਹਨੂੰ ਆਪਾਂ ਕਹਿੰਦੇ ਹਾਂ ਰੋਗ ਦਾਰੂ ਦੋਵੇਂ ਬੁੱਝੇ ਸੋ ਚਤਰ ਸਜਾਣ। ਜਿਹੜਾ ਰੋਗ ਵੀ ਦੇਵੇ ਦੱਸੇ ਤੇ ਦਵਾਈ ਵੀ ਦੇਵੇ। ਦਵਾਈ ਦੇਣ ਵਾਲਾ ਦੇ ਨਾਲੋਂ ਜਿਹੜਾ ਰੋਗ ਨੂੰ ਦੱਸਦਾ ਉਹ ਬਹੁਤ ਵੱਡਾ ਹੈ। ਆਪਾਂ ਸਾਰੀ ਦਵਾਈਆਂ ਲੈਨੇ ਮੈਡੀਕਲ ਸਟੋਰ ਤੋਂ, ਦਵਾਈ ਲਈ, ਉਹ ਕਹਿੰਦਾ ਭਾਈ ਸਾਹਿਬ ਜੀ 35 ਰੁਪਏ ਦੇ ਜਾਓ। ਡਾਕਟਰ ਕੋਲ ਗਏ ਤੇ ਡਾਕਟਰ ਨੇ ਚੈੱਕ ਕੀਤਾ ਤੇ ਕਹਿੰਦਾ ਜੀ 500 ਦਾ ਨੋਟ ਰੱਖ ਜਾਓ। ਦਿੱਤਾ ਲਿਆ ਕੱਖ ਨਹੀਂ। ਉਹਨੇ 500 ਦਾ ਨੋਟ ਲੈ ਲਿਆ ਤੇ ਮੈਡੀਕਲ ਸਟੋਰ ਤੇ ਗਏ ਤੇ ਕਹਿੰਦੇ ਜੀ 35 ਰੁਪਏ ਦੀ ਦਵਾਈ। ਅਸੀਂ ਵਿਚਾਰਾਂ 'ਚ ਪੈ ਗਏ ਤੇ ਵੇਖੋ ਕਿੰਨੀ ਲੁੱਟ ਹੈ, ਕਿੰਨਾ ਹਨੇਰ ਹੈ। ਉਹਨੇ ਸਾਡੀ ਬਾਂਹ ਫੜ ਕੇ ਤੇ ਆਖਿਆ 500 ਸੁੱਟ ਦੇ, ਤੇ ਇਹਨੇ ਦਵਾਈ ਦਿੱਤੇ ਤੇ 35 ਨਹੀਂ। ਉਹਨੇ 500 ਰੁਪਈਆ ਇਸ ਗੱਲ ਦਾ ਲਿਆ ਵੀ ਉਹਨੂੰ ਰੋਗ ਦਾ ਪਤਾ, ਤੇ ਜਿੰਨਾ 'ਚ ਰੋਗ ਦਾ ਪਤਾ ਨਾ ਲੱਗੇ ਤੇ ਮੈਡੀਕਲ ਤਾਂ ਸਾਰਾ ਭਰਿਆ ਪਿਆ ਦਵਾਈਆਂ ਨਾਲ, ਆਰਾਮ ਨਹੀਂ ਆਉਣਾ। ਇਸ ਕਰਕੇ ਗੁਰਮੁਖੋ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਸੁਪਰੀਮ ਤਾਂ ਨੇ, ਇਹ ਰੋਗ ਵੀ ਦੱਸਦੇ ਨੇ ਤੇ ਨਾਲ ਦਵਾਈ ਵੀ ਦੱਸਦੇ ਹਨ। ਆ ਜਿਹੜਾ ਪਹਿਲੀ ਪੰਕਤੀ ਆ ਨਾ, ਇਹ ਰੋਗ ਹੈ, ਕਿਉਂਕਿ ਕਹਿੰਦੇ ਨੇ ਵੀ ਸ਼ਾਇਦ ਕਵਲ ਦੇ ਫੁੱਲ ਤੋਂ ਦੁਨੀਆ ਬਣੀ। ਇਸ ਕਰਕੇ ਇੱਥੇ ਪਹਿਲਾਂ ਉਹ ਪੱਖ, ਮੁੜ ਕੇ ਜਿਹੜੀ ਇਹਦੀ ਦਵਾਈ ਹੈ ਹੱਲ ਹੈ, ਇਹ ਸਤਿਗੁਰੂ ਪਾਤਸ਼ਾਹ ਕਿਰਪਾ ਕਰਕੇ ਨਿਰਣਾ ਕਰਨਗੇ। ਪਹਿਲ ਪੁਰੀਏ ਪੁੰਡਰਕ ਵੰਨਾ। ਪੁੰਡਰਕ ਤੋਂ ਭਾਵ ਕਵਲ ਦਾ ਫੁੱਲ ਜਾਂ ਕਮਲ ਕਹਿ ਲਓ, ਇਹ ਪੈਦਾ ਹੋਇਆ। ਤਾਂਚੇ ਹੰਸਾ ਸਗਲੇ ਜਨਾ, ਜਿਹਨੂੰ ਉੱਥੇ ਕਹਿੰਦੇ ਜੀਵ ਆਤਮਾ, ਜੀਵ ਈਸ਼। ਤਾਂਚੇ ਤੋਂ ਭਾਵ ਉਹਦੇ ਤੋਂ, ਉਸ ਇੱਕ ਪਰਮਾਤਮਾ ਤੋਂ ਮੁੜ ਕੇ ਸਾਰੇ ਜਿਹੜੇ ਇਹ ਜੀਵ ਜੰਤ ਨੇ ਇਹ ਬਣੇ ਹਨ। ਮੈਂ ਤਕਰੀਬਨ ਹਰ ਸਾਲ ਜਦੋਂ ਇੱਥੇ ਵਿਚਾਰ ਕਰੀਦੀ ਨਾ, ਤੇ ਮੈਂ ਬੇਨਤੀ ਕਰਦਾ ਰਹਿੰਦਾ ਵੀ ਆਪਾਂ ਬਾਣੀ ਬਹੁਤ ਪੜ੍ਹਦੇ ਪਰ ਲਾਕਨੇ ਦਾ ਖਿਆਲ ਬਹੁਤ ਘੱਟ ਰੱਖਦੇ। ਅੱਖਰ ਵੇਖੇ ਤੇ ਪੜ੍ਹ ਕੇ ਚਲੇ ਗਏ। ਇਹਦੀ ਉਦਾਹਰਨ ਤਲੰਗ ਰਾਗ ਦਾ ਇੱਕ ਸ਼ਬਦ ਹੈ। ਸਭ ਤੋਂ ਪਹਿਲਾ ਯਕ ਅਰਜ ਗੁਫਤਮ ਪੇਖ ਤੋਂ ਦਰਗੋਸ਼ ਕੁਨ ਕਰਤਾਰ, ਔਰ ਉਹਦੇ ਵਿੱਚ ਜਨ ਸ਼ਬਦ ਦੋ ਵਾਰ ਆਇਆ। ਜਨ ਪਿਸਰ ਪਦਰ ਬਰਾਦਰਾਂ ਕਸ ਨੇਸ ਦਸਤੰਗੀਰ, ਤੇ ਖੇਲੀ ਪੰਕਤੀ ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪਾ ਖਾਕ।
ਜਨ ਦੋ ਵਾਰ ਆਇਆ, ਲੇਕਿਨ ਜਿਹੜਾ ਪਹਿਲਾ ਜਨ ਹੈ ਨਾ, ਉਹਨੂੰ ਜਨ ਨਹੀਂ ਬੋਲਣਾ, ਨੂੰ ਜਨ ਕਰਕੇ ਬੋਲਣਾ। ਉਹਦਾ ਅਰਥ ਹੈ ਇਸਤਰੀ। ਜਿਹੜਾ ਅਖੀਰਲੀ ਪੰਕਤੀ 'ਚ ਨਾਨਕ ਬਗੋਇਦ ਜਨ ਤੁਰਾ ਤੇਰੀ ਚਾਕਰਾਂ ਪਖਾ ਕੇ, ਇਹਨੂੰ ਪੋਲਾ ਬੋਲਣਾ ਹੈ। ਇੱਥੇ ਜਨ ਦਾ ਅਰਥ ਹੈ ਦਾਸ, ਅੱਖਰ ਦੋਵੇਂ ਉਹ ਨੇ, ਇੱਥੇ ਦਾਸ ਉੱਥੇ ਇਸਤਰੀ। ਇਸੇ ਤਰ੍ਹਾਂ ਇੱਥੇ ਕਹਿੰਦੇ ਨੇ ਵੀ ਉਸ ਜਿਹੜਾ ਪਰਿਪੂਰਨ ਪਰਮਾਤਮਾ ਨਾ, ਉਹਦੇ ਤੋਂ ਜਿੰਨੇ ਜਿਹੜੇ ਇਹ ਜੀਵ ਨੇ ਇਹ ਬਣੇ ਹਨ ਕ੍ਰਿਸ਼ਨਾ ਤੇ ਜਾਨੂ ਹਰ ਹਰ ਨਾਚੰਤੀ ਨਾਚਨਾ। ਜਿਹੜਾ ਕ੍ਰਿਸ਼ਨ ਸ਼ਬਦ ਹੈ ਨਾ, ਇਹ ਦੋ ਸ਼ਬਦਾਂ ਦਾ ਕੰਬੀਨੇਸ਼ਨ ਹੈ। ਕ੍ਰਿਸ ਕਹਿੰਦੇ ਹਨੇਰੇ ਨੂੰ, ਤੇ ਹਨੇਰਾ ਹੁੰਦਾ ਅਵਿਦਿਆ ਦਾ। ਉਹਦਾ ਪਰਿਪੂਰਨ ਪਰਮਾਤਮਾ, ਉਹਦੇ 'ਚ ਅਵਿਦਿਆ ਦਾ ਹਨੇਰਾ ਨਹੀਂ। ਆਪਾਂ ਸਾਰੇ ਜਣੇ ਇੱਕ ਰਾਏ ਹਾਂ ਵੀ ਜਿੱਥੇ ਹਨੇਰਾ ਉਹ ਪਰਮਾਤਮਾ ਨਹੀਂ। ਪਰਮਾਤਮਾ ਦਾ ਅਰਥ ਹੈ ਨੂਰ। ਆਪਾਂ ਤਮਾਮ ਧਰਮਾਂ ਨੂੰ ਕਿਤੇ ਮਨ ਨੂੰ ਠੰਡਿਆਂ ਕਰਕੇ ਵਿਚਾਰੋ। ਹਿੰਦੂ ਮਤ ਪੜ੍ਹੋ, ਇਸਲਾਮ ਪੜ੍ਹੋ, ਸਿੱਖ ਮਤ ਪੜ੍ਹੋ, ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ 100 ਸਿਆਣੇ ਇੱਕੋ ਮਤ ਮੂਰਖ ਆਪੂ ਆਪਣੀ। ਭਾਸ਼ਾ ਦਾ ਸ਼ਬਦ ਹੈ ਪਰ ਅਰਥ ਇੱਕ ਨੇ। ਕਿ ਕੁਰਾਨ ਵਿੱਚ ਉਸ ਪਰਮਾਤਮਾ ਨੂੰ ਨੂਰ ਕਰਕੇ ਮੰਨਿਆ ਹੈ। ਸਾਡੇ ਹਿੰਦੂ ਭਰਾ ਉਹ ਸਾਲ ਵਿੱਚ ਘੱਟ ਤੋਂ ਘੱਟ 2 ਵਾਰਾਂ ਆਪਣੇ ਘਰਾਂ ਵਿੱਚ ਜੋਤ ਜਗਾਉਂਦੇ ਨੇ। ਕਹਿੰਦੇ ਨੇ ਅੱਜ ਜੋਤ ਹੈ। ਹਿੰਦੂ ਮਤ ਵਾਲੇ ਸਾਲ 'ਚ 2 ਵਾਰਾਂ ਆਪਣੇ ਘਰ ਜੋਤ ਜਗਾ ਕਰਕੇ ਤੇ ਉਹਦੀਆਂ ਪ੍ਰਕਰਮਾਂ ਕਰਕੇ ਉਹਨੂੰ ਮੱਥਾ ਟੇਕਦੇ ਨੇ। ਕੁਰਾਨ ਵਾਲੇ ਕਹਿੰਦੇ ਨੇ ਨੂਰ। ਭਾਵੇਂ ਉਹਨੂੰ ਨੂਰ ਕਹਿ ਦਿੱਤਾ, ਭਾਵੇਂ ਉਹਨੂੰ ਜੋਤ ਕਹਿ ਦਿੱਤਾ, ਭਾਵੇਂ ਹੋਰ ਸ਼ਬਦ ਕਹਿ ਦਿੱਤਾ, ਭਾਵ ਇੱਕ ਹੈ। ਇੱਥੇ ਕਿਸਮ ਦਾ ਭਾਵ ਹੁੰਦਾ ਉਹਦੇ 'ਚ ਹਨੇਰਾ ਨਹੀਂ, ਜਿਹਨੂੰ ਆਪਾਂ ਕਹਿੰਦੇ ਅਵਿਦਿਆ ਕਾਲਕ ਤੋਂ ਰਹਿਤ। ਆਹ ਨਿਰੰਜਨ ਸ਼ਬਦ ਨਾਲ ਆਪਾਂ ਪੜ੍ਹਦੇ ਨਿਰੰਜਨ। ਨਿਰੰਜਨ ਦਾ ਅਰਥ ਵਿਦਵਾਨਾਂ ਨੇ ਕੀਤਾ ਅਵਿਦਿਆ ਕਾਲਕ ਤੋਂ ਰਹਿਤ। ਇਸੇ ਤਰ੍ਹਾਂ ਕ੍ਰਿਸ਼ਨਾ ਤੋਂ ਭਾਵ ਹੈ ਹਨੇਰੇ ਤੋਂ ਰਹਿਤ, ਭਾਵ ਚੰਨ ਨੂਰ। ਜਿਹੜਾ ਉਹ ਪਰਿਪੂਰਨ ਪਰਮਾਤਮਾ ਨੂਰ ਹੈ, ਚੰਨ ਹੈ, ਉਹਦੇ ਤੋਂ ਜਾਣਨਾ ਕਰੋ। ਹਰ ਹਰ ਨਾਚੰਤੀ ਨਾਚਨਾ। ਉਹ ਜਿਹੜਾ ਸਾਡਾ ਹਰ ਸ਼ਬਦ ਹੈ ਨਾ, ਇਹ ਗੁਰਮੁਖੋ ਤੁਸੀਂ ਕਿਤੇ, ਮੈਂ ਆਪਣੀ ਵੱਲੋਂ ਬੇਨਤੀ ਕਰਾਂਗਾ ਵੀ ਘੱਟ ਤੋਂ ਘੱਟ ਜ਼ਿੰਦਗੀ 'ਚ ਮਾਨ ਕੁਛ ਨੂੰ ਜ਼ਰੂਰ ਪੜ੍ਹੋ। ਭਾਈ ਕਾਹਨ ਸਿੰਘ ਨਾਭਾ ਦਾ ਗ੍ਰੰਥ ਬੜਾ ਬੇਕੀਮਤਾ। ਉਸ ਗ੍ਰੰਥ ਵਿੱਚ ਉਹਨਾਂ ਨੇ ਹਰ ਦੇ 52 ਅਰਥ ਕੀਤੇ ਨੇ। 52। ਹਰ ਦਾ ਅਰਥ ਹੁੰਦਾ ਬ੍ਰਹਮਾ, ਹਰ ਦਾ ਅਰਥ ਹੈ ਵਿਸ਼ਨੂੰ, ਹਰ ਦਾ ਅਰਥ ਹੈ ਸ਼ਿਵ ਜੀ, ਹਰ ਦਾ ਅਰਥ ਹੈ ਮਗਰਮੱਛ, ਹਰ ਦਾ ਅਰਥ ਹੈ ਚੋਰ, ਹਰ ਦਾ ਅਰਥ ਹੈ ਪਰਮਾਤਮਾ, ਹਰ ਦਾ ਅਰਥ ਅੱਗ, ਹਰ ਦਾ ਅਰਥ ਹੈ ਪਾਣੀ। ਇਹ ਉਹਨਾਂ ਮਹਾਂਪੁਰਸ਼ਾਂ ਨੇ ਅਰਥ ਕੀਤੇ, ਨਾਲ ਆਖਿਆ ਵੀ ਮੈਨੂੰ ਇੰਨੇ ਕੁ ਦਾ ਪਤਾ ਹੈ। ਫਿਰ ਆਪਾਂ ਕਹਾਂਗੇ ਵੀ ਉਲਟ ਗਿਆਨੀ ਜੀ ਕਿਵੇਂ? ਨਾਲੇ ਪਾਣੀ ਕਹਿ ਦਿੱਤਾ ਤੇ ਨਾਲੇ ਅੱਗ ਕਹਿ ਦਿੱਤਾ। ਇਹਦਾ ਕਾਰਨ ਹੈ ਆਪਾਂ ਅੱਗ ਦੇ ਵਿੱਚ ਕੋਈ ਵੀ ਚੀਜ਼ ਪਾ ਦਈਏ, ਚੰਗੀ ਮਾੜੀ, ਜਦੋਂ ਦੀ ਸਵਾਹ ਬਣ ਜਾਏ ਨਾ, ਤੇ ਆਪਾਂ ਕਦੇ ਨਹੀਂ ਆਖਿਆ ਵੀ ਸਵਾਹ ਝੂਠੀ ਹੈ। ਆਪਾਂ ਭਾਂਡੇ ਮਾਂਜਦੇ ਨਾ, ਉਹਦੇ ਜੋ ਮਰਜ਼ੀ ਸਾੜਿਆ ਹੋਵੇ, ਜਦੋਂ ਸਵਾਹ ਬਣ ਗਈ ਉਹ ਸੱਚੀ। ਇਸੇ ਪ੍ਰਕਾਰ ਉਹ ਮਨੁੱਖ ਪਰਿਪੂਰਨ ਪਰਮਾਤਮਾ ਦੇ ਨਾਲ ਜਦੋਂ ਜੁੜ ਜਾਂਦਾ, ਭਾਵੇਂ ਹਿੰਦੂ ਹੈ, ਮੁਸਲਮਾਨ ਹੈ, ਚੰਗਾ ਮਾੜਾ, ਜਦੋਂ ਉਹਦੀ ਰਹਿਮਤ ਪ੍ਰਾਪਤ ਹੋ ਗਈ ਉਹ ਸੱਚਾ ਹੋ ਜਾਏਗਾ। ਪਾਣੀ ਦੇ ਵਿੱਚ ਕੋਈ ਵੀ ਚੀਜ਼ ਪਾ ਦਈਏ ਤੇ ਉਹ ਪਾਣੀ ਮੈਲ ਨੂੰ ਧੋ ਦਿੰਦੀ ਹੈ। ਇਸੇ ਪ੍ਰਕਾਰ ਉਹ ਹਰ ਦਾ ਅਰਥ ਪਾਣੀ ਤਾਂ ਕੀਤਾ ਵੀ ਉਹ ਮਨੁੱਖਾਂ ਦੀ ਮੈਲ ਧੋ ਦਿੰਦਾ ਹੈ। ਇਸੇ ਪ੍ਰਕਾਰ ਜਿਹੜੇ ਬੇਅੰਤ ਅਰਥ ਨੇ ਰਹੁ ਵਿਚਾਰ, ਹਰ ਦਾ ਅਰਥ ਹੈ ਹਰ ਥਾਂ ਤੇ ਵਿਆਪਕ, ਹਰ ਥਾਂ ਤੇ ਵਿਆਪਕ, ਦੁੱਖਾਂ ਨੂੰ ਹਰਨ ਵਾਲਾ। ਨਚੰਤੀ ਨਾਚਣਾ, ਜਿਹੜੇ ਇਹ ਜੀਵ ਨੇ ਨਾ, ਇਹ ਨੱਚਦੇ ਹਨ ਉਸ ਪਰਿਪੂਰਨ ਪ੍ਰਮਾਤਮਾ ਦੀ ਆਗਿਆ ਵਿੱਚ, ਜਿਹਦੇ ਵਿੱਚ ਅਵਿਦਿਆ ਦਾ ਹਨੇਰਾ ਨਹੀਂ। ਫਿਰ ਇਹਨੂੰ ਗੱਲ ਨੂੰ ਕਲੀਅਰ ਕਰਨਗੇ। ਬਹਿਲ ਪੁਰਸਾ ਬਿਰਾ। ਹੁਣ ਸ੍ਰਿਸ਼ਟੀ ਦੀ ਉਤਪਤੀ ਕਿਵੇਂ ਹੋਈ? ਬਿਰਾ ਦਾ ਭਾਵ ਬਾਣੀ। ਸਾਰਿਆਂ ਤੋਂ ਪਹਿਲਾਂ ਬਾਣੀ ਪੈਦਾ ਹੋਈ, ਜਿਹਨੂੰ
ਮੇਰੇ ਕਿਤੇ ਇਲਾਕੇ ਜਾਓ, ਮੇਰਾ ਜ਼ਿਲ੍ਹਾ ਤਰਨਤਾਰਨ ਹੋਣਾ, ਉੱਥੇ ਕੋਈ ਵੀ ਕਿਸੇ ਨੂੰ ਮਿਲਦਾ ਤੇ ਆਪਾਂ ਕਹਿੰਦੇ ਭਾਊ ਤੈਨੂੰ ਕੁਆਇਆ ਤੂੰ ਕੂੰਦਾ ਕਿਉਂ ਨਹੀਂ। ਆਮ ਆਪਾਂ ਕਹਿੰਦੇ ਮੈਂ ਬੁਲਾਇਆ, ਤੇ ਉਸ ਤਰਨਤਾਰਨ ਦੇ ਇਲਾਕੇ ਜਾਓ ਤੇ ਕਹਿਣਗੇ ਤੈਨੂੰ ਕੁਆਇਆ ਤੂੰ ਕੂੰਦਾ ਕਿਉਂ ਨਹੀਂ। ਕੁਆਓ ਦਾ ਭਾਵ ਦਾ ਬੋਲ, ਕੀਤਾ ਪਸਾਓ ਏਕੋ ਕੁਆਓ। ਕੁਆਓ ਦਾ ਭਾਵ ਬੋਲ। ਉਸ ਪ੍ਰਮਾਤਮਾ ਦੇ ਇੱਕ ਬੋਲ ਤੋਂ ਸ੍ਰਿਸ਼ਟੀ ਪੈਦਾ ਹੋਈ। ਹੁਣ ਗਾਂਹ ਮੁੜ ਕੇ ਫਿਰ ਬਖੇੜਾ ਪੈ ਗਿਆ ਵੀ ਬੋਲ ਕਿਹੜਾ ਹੈ। ਜਿਹੜਾ ਸ਼ਹਿਰੀਆਂ ਦਾ ਕਾਕਾ ਉਹਨੇ ਕਹਿਣਾ ਡੈਡੀ ਤੇ ਪਾਪਾ, ਜਿਹੜਾ ਮਾਲਵੇ ਜੰਮਿਆ ਉਹਨੇ ਕਹਿਣਾ ਬਾਪੂ, ਤੇ ਜੇ ਆਪਾਂ ਅੰਮ੍ਰਿਤਸਰ ਚਲੇ ਜਾਵਾਂਗੇ ਤੇ ਭਾਊ ਹੈ ਤਾਂ ਫਾਦਰ ਹੀ ਨਾ, ਭਾਵੇਂ ਭਾਊ ਕਹਿ ਦਿੱਤਾ, ਭਾਵੇਂ ਬਾਈ ਜੀ ਕਹਿ ਦਿੱਤਾ, ਭਾਵੇਂ ਬਾਪੂ ਕਹਿ ਦਿੱਤਾ। ਇਸ ਪ੍ਰਕਾਰ ਸਾਰੇ ਕਹਿੰਦੇ ਵੀ ਪਰਮਾਤਮਾ ਦੇ ਇੱਕ ਬੋਲ ਤੋਂ ਸ੍ਰਿਸ਼ਟੀ ਪੈਦਾ ਹੋਈ, ਤੇ ਗਾਂਹ ਮੁੜ ਕੇ ਬੋਲਦਾ ਉਹਨਾਂ ਨੇ ਵੱਖ-ਵੱਖ ਵਖਰੇਵਾਂ ਕਰ ਦਿੱਤਾ। ਯਹੂਦੀ ਮੱਤ ਵਾਲੇ ਕਹਿੰਦੇ ਕਿ ਲੁਗਾ ਸ਼ਬਦ ਕਿਹਾ, ਕੁਰਾਨ ਵਿੱਚ ਕਹਿੰਦੇ ਕਿ ਉਹਨੇ ਕੁਨ ਕਿਹਾ। ਇਸੇ ਤਰ੍ਹਾਂ ਹਿੰਦੂ ਮੱਤ ਦਾ ਜੋ ਕੰਠ ਪੁਰਾਣ ਹੈ ਉਹਦੇ ਵਿੱਚ ਮੈਂ ਪੜ੍ਹਿਆ, ਉਹਨੇ ਓਅੰਕਾਰ ਕਿਹਾ। ਔਰ ਇਸੇ ਕਰਕੇ ਆਪਾਂ ਗੁਰਬਾਣੀ 'ਚ ਪੜ੍ਹਦੇ ਹਾਂ ਪ੍ਰਥਮ ਓਅੰਕਾਰ ਤਿਨ ਕਾਹਾ। ਪ੍ਰਥਮ ਦਾ ਭਾਵ ਪਹਿਲਾ, ਸਹਿਮਤੀ ਗੁਰੂ ਪਾਤਸ਼ਾਹ ਨੇ ਕਣੈਬ ਨਹੀਂ ਕੀਤਾ, ਲੇਕਿਨ ਗੁਰਮਤਿ ਦੀ ਭਾਸ਼ਾ ਓਅੰਕਾਰ। ਪ੍ਰਥਮ ਓਅੰਕਾਰ ਤਿਨ ਕਾ ਸੋ ਨਿਜ ਪੂਰ ਜਗਤ ਮੂਰਾ। ਜਿਹਨੂੰ ਦਸਮ ਪਾਤਸ਼ਾਹ ਦੀ ਬਾਣੀ 'ਚ ਆਪਾਂ ਪੜ੍ਹਦੇ ਹਾਂ ਪਰਨਵੋ ਆਦ ਏਕ ਅੰਕਾਰਾ। ਪਰਨਵੋ ਤੋਂ ਭਾਵ ਸਾਰਿਆਂ ਤੋਂ ਪਹਿਲਾਂ ਆਦਿ ਇੱਕ ਅੰਕਾਰ ਵੈਗੁਰੂ। ਪਰਨਵੋ ਆਦ ਏਕ ਅੰਕਾਰਾ ਜਲ ਥਲ ਮਈਲ ਕੀਓ ਪਸਾਰਾ। ਇਸ ਪ੍ਰਕਾਰ ਕਹਿੰਦੇ ਨੇ ਪਹਿਲ ਪੁਰਸਾ ਬਰਾ, ਸਾਰਿਆਂ ਤੋਂ ਪਹਿਲਾਂ ਉਸ ਪਰਮਾਤਮਾ ਨੇ ਬਾਣੀ ਅਚਾਰੀ ਬੋਲ ਹੋਇਆ। ਇਹ ਭਾਵ ਇੱਕ ਬੋਲ ਤੋਂ, ਇੱਕ ਲਫ਼ਜ਼ ਕਹਿਣ ਤੋਂ ਇਸ ਸ੍ਰਿਸ਼ਟੀ ਦੀ ਉਤਪਤੀ ਹੋਈ। ਅਥੋਨ ਪੁਰਸਾ ਦਮਰਾ। ਇਸ ਤੋਂ ਉਪਰੰਤ ਦਮਰਾ ਦਾ ਭਾਵ ਮਾਇਆ। ਮਾਇਆ ਦੀ ਵਿਆਖਿਆ ਗੁਰਮੁਖੋ ਆਪਾਂ ਸਾਰੀ ਜ਼ਿੰਦਗੀ ਕਰਦੇ ਰਹੀਏ ਨਾ, ਇਹ ਹੋ ਨਹੀਂ ਸਕਦੀ। ਮਾਇਆ ਦਾ ਸਿੰਪਲ ਅਰਥ ਹੈ ਵੀ ਜਿਹੜੀ ਸਟੇਬਲ ਨਾ ਰਹੇ। ਮੈਂ ਜਦੋਂ ਇੱਥੇ ਆਇਆ ਨਾ ਹੁਣ ਤਾਬਿਆ, ਤੇ ਮੈਨੂੰ ਇੱਕ ਜ਼ਿੰਦਗੀ ਦੀ ਘਟਨਾ ਚੇਤੇ ਆ ਗਈ। ਸੰਤ ਬਾਬਾ ਕਰਤਾਰ ਸਿੰਘ ਹੋਰਾਂ ਦੇ ਨਾਲ ਅਸੀਂ 15 ਨੰਬਰ ਹਾਲ ਹੈ ਗੁਰੂ ਰਾਮਦਾਸ ਸਰਾਂ ਵਿੱਚ, ਦੁਪਹਿਰ ਦਾ ਟਾਈਮ ਸੀ ਤੇ ਸਾਨੂੰ ਸੰਤ ਜੀ ਵਿਦਾਂਤ ਪੜ੍ਹਾ ਰਹੇ ਸਨ। ਇੱਕ ਬੀਬੀ ਜੀ ਆਏ ਸ਼ਾਇਦ ਪਟਿਆਲੇ ਦੇ, ਤੇ ਉਹਨੂੰ ਸੰਤ ਬਾਬਾ ਕਰਤਾਰ ਸਿੰਘ ਕਹਿਣ ਲੱਗੇ ਬੀਬੀ ਜੀ ਡਾਕਟਰ ਸਾਹਿਬ ਦਾ ਕੀ ਹਾਲ ਹੈ। ਉਹ ਮਾਗ ਹੋਣਗੇ। ਉਹ ਬੀਬੀ ਰੋ ਪਈ ਪੁੱਬਾ ਮਾਰ ਕੇ। 2 ਮਿੰਟਾਂ ਦੇ ਬਾਅਦ ਉਹ ਖਿੜਖੜਾ ਕੇ ਹੱਸੀ। ਸਾਡੇ ਵੇਹਦਿਆਂ ਦੀ ਗੱਲ ਸੀ, ਵਿਦਿਆਰਥੀ ਸਾਂ ਉਦੋਂ। ਤੇ ਉਪਰੰਤ ਸੰਤ ਬਾਬਾ ਕਰਤਾਰ ਸਿੰਘ ਜਿਹੜਾ ਗੜਵਈ ਸਿੰਘ ਸੀ, ਜਿਹੜੇ ਭਾਈ ਜਗਤਾਰ ਸਿੰਘ ਚੜ੍ਹਾਈ ਕੀਤੀ, ਇਹਨਾਂ ਦੇ ਭੂਆ ਦੇ ਪੁੱਤਰ ਸਨ, ਕਹਿਣ ਲੱਗੇ ਵੀ ਗੁਰਮੁਖ ਸਿੰਘ ਬੀਬੀ ਨੂੰ ਜਾ ਕੇ ਜਲ ਪਾਣੀ ਛਕਾ। ਜਦੋਂ ਬੀਬੀ ਥੋੜੀ ਜਿਹੀ ਪਰਾਂ ਚਲੀ ਗਈ ਨਾ, ਤੇ ਸੰਤ ਜੀ ਕਹਿਣ ਲੱਗੇ ਸਿੰਘੋ ਇਹਨੂੰ ਕਹਿੰਦੇ ਜੇ ਮਾਇਆ। ਅਸੀਂ ਇੱਕਦਮ ਹੈਰਾਨ ਵੀ ਬੀਬੀ ਚੰਗੀ ਭਲੀ ਲੀੜੀ ਲੱਤੇ ਪਾਏ ਤੇ ਮਾਇਆ ਕਿੱਥੋਂ ਆ ਗਈ। ਕਹਿਣ ਲੱਗੇ ਗੁਰਮੁਖੋ ਜੀ ਇਹਦੇ ਅੰਦਰ ਗਮੀ ਹੁੰਦੀ ਨਾ, ਇਹਨੇ ਹੱਸਣਾ ਨਹੀਂ ਸੀ, ਤੇ ਜੇ ਖੁਸ਼ੀ ਹੁੰਦੀ ਇਹਨੇ ਰੋਣਾ ਨਹੀਂ ਸੀ। ਪੁੱਤਰੋ ਤੁਸੀਂ ਮੇਰੇ ਬੱਚਿਆਂ ਵਰਗੇ ਹੋ, ਇਹਨਾਂ 2 ਗੱਲਾਂ ਤੋਂ ਬਚਿਆ ਜੇ। ਇਹ ਮਾਇਆ ਜੀ ਸਾਨੂੰ ਸੰਤ ਕਰਤਾਰ 15 ਨੰਬਰ ਹਾਲ, ਇਹ ਹੱਡ ਬੀਤੀ ਮੈਂ ਗ੍ਰੰਥ ਨਹੀਂ ਪੜ੍ਹਿਆ। ਕਹਿਣ ਲੱਗ ਗੁਰਮੁਖੋ ਬਸ ਐਸ ਗੱਲ ਤੋਂ ਹੱਸਿਆ, ਨਾ ਰੋਣ ਤੇ ਮਨ ਨੂੰ ਡੇਗਿਆ ਜੇ, ਤਾਂ ਹੱਸਣ ਤੇ ਖੁਸ਼ ਰਿਹਾ ਜੇ। ਜਿਹਦੀ ਬਿਰਤੀ ਸਟੇਬਲ ਬਣ ਗਈ ਉਹਦਾ ਜੀਵਨ ਸਫਲਾ ਹੋ ਗਿਆ। ਭਾਵ ਜਿਹੜੇ ਰੱਬ ਦੇ ਪਿਆਰੇ ਨੂੰ ਉਹ ਗੱਲ ਦੇ ਵਿੱਚੋਂ ਕੋਈ ਨਾ ਕੋਈ ਸਮਝਾਉਂਦੇ ਹਨ। ਮਾਇਆ ਦਾ ਅਰਥ ਵਿਦਾਂਤ ਸ਼ਾਸਤਰ ਵਿੱਚ ਇਹਨੂੰ ਕਹਿੰਦੇ ਅਨਰਵਚਨੀ। ਉਹਨਾਂ ਵਿਦਵਾਨ ਪੁਰਸ਼ਾਂ ਨੇ 9 ਜੁਗਤੀਆਂ ਬਣਾਈਆਂ ਨੇ ਮਾਇਆ ਦੀਆਂ, ਜਿਹੜੀਆਂ 9 ਜੁਗਤੀਆਂ ਤੇ ਪੂਰੀ ਨਾ ਉਤਰੇ ਉਹਨੂੰ ਕਹਿੰਦੇ ਮਾਇਆ। ਉਹ ਜੁਗਤੀਆਂ ਮੈਂ ਬੇਨਤੀ ਕਰਾਂ, ਨਾ ਸਤ ਹੈ, ਨਾ ਅਸਤ ਹੈ, ਨਾ ਉਭੇ ਹੈ। ਨਾ ਸਤ ਹੈ ਤੋਂ ਭਾਵ ਇਹ ਸਤ ਨਹੀਂ, ਇਹ ਝੂਠ ਹੈ। ਇਹ ਕਿਵੇਂ? ਫਿਰ ਅੱਗੇ ਆਖਿਆ ਨਾ ਸਤ ਹੈ, ਨਾ ਅਸਤ ਹੈ, ਨਾ ਉਭੇ ਹੈ। ਨਾ ਇਹ ਸੱਚ ਹੈ ਤੇ ਨਾ ਇਹ ਝੂਠ ਹੈ, ਤੇ ਨਾ ਇਹ ਦੋਵੇਂ ਹੈ। ਇਹਦਾ ਭਾਵ ਇਹ ਹੈ ਆਪਾਂ ਬੈਠੇ ਆ,
ਇਹਨੂੰ ਆਪਾਂ ਅਸਤ ਨਹੀਂ ਕਹਿ ਸਕਦੇ, ਇਹ ਸੱਤ ਹੈ। ਆਪਾਂ ਮਾੜਾ ਜੇ ਕਿਸੇ ਨੂੰ ਕੌੜਾ ਬੋਲਾਂਗੇ ਤੇ ਉਹ ਸਾਨੂੰ ਫੱਟ ਇੱਕਦਮ ਸਾਡੇ ਗਲ ਪੈ ਜਾਏਗਾ ਵੀ ਤੇਰੀ ਜ਼ਰੂਰਤ ਕਿਵੇਂ ਪਈ ਬੋਲਣ ਦੀ, ਤੇ ਫਿਰ ਝੂਠੀ ਦਾ ਨਾ ਨਹੀਂ ਸੱਤ ਹੋਇਆ ਨਾ। ਤੇ ਨਾ ਅਸਤ ਹੈ। ਕੁਝ ਦਿਨਾਂ ਤੋਂ ਬਾਅਦ, ਜਿਵੇਂ ਮੈਂ ਆਮ ਹਰ ਥਾਂ ਤੇ ਰੋਜ਼ ਬੋਲਦਾ ਰਹਿਣਾ, ਆਪਾਂ ਅੱਜ 1 ਅਕਤੂਬਰ ਨੂੰ ਇੱਥੇ ਆਏ ਹਾਂ। ਆਉਂਦੇ ਅਕਤੂਬਰ 24 ਨੂੰ ਆਪਾਂ ਜਿੰਨੇ ਬੈਠੇ ਆਪਾਂ ਸਾਰਿਆਂ ਨਹੀਂ ਹੋਣਾ। ਹੁਣ ਚੰਗੇ ਭਲੇ ਆਪਾਂ ਬਹਿੰਦੇ ਹਾਂ, ਖਾਂਦੇ ਹਾਂ, ਗੱਲਾਂ ਬਾਤਾਂ ਕਰਦੇ ਹਾਂ, ਲੇਕਿਨ ਨਹੀਂ ਹੋਣਾ। ਇਹਦਾ ਆਪਾਂ ਝੂਠ ਹੈ ਨਾ, ਉਭੇ ਹੈ ਭਾਵ ਦੋਵੇਂ ਨਹੀਂ। ਨਾ ਆਪਾਂ ਹੁਣ ਠੀਕ ਹਾਂ, ਨਾ ਆਪਾਂ ਉਦੋਂ ਹੋਣਾ। ਆਪਾਂ ਝੂਠ ਵਿੱਚ ਵੀ ਤੇ ਆਪਾਂ ਸੱਚ ਵਿੱਚ ਵੀ ਹਾਂ। ਨਾ ਭਿੰਨ ਹੈ ਨਾ ਅਭਿੰਨ ਹੈ। ਭਿੰਨ ਦਾ ਭਾਵ ਵੱਖਰਾ। ਜੇ ਸਰੀਰ ਨਾ ਹੋਵੇ ਤੇ ਆਪਾਂ ਮਾਇਆ ਦੀ ਪਕੜ ਕਿਵੇਂ ਕਰਾਂਗੇ? ਆਪਣੇ ਕਰਕੇ ਹੈ ਨਾ। ਤੇ ਨਾ ਅਭਿੰਨ ਹੈ, ਇਹ ਨਾ ਸਾਡੇ ਤੋਂ ਅੱਡ ਹੈ ਤੇ ਨਾ ਸਾਡੇ ਵਿੱਚ ਹੈ। ਨਾ ਸੱਤ ਹੈ ਨਾ ਅਸਤ ਹੈ, ਨਾ ਉਭੇ ਹੈ ਨਾ ਭਿੰਨ ਹੈ ਨਾ ਅਭਿੰਨ ਹੈ। ਇਸੇ ਪ੍ਰਕਾਰ ਇਹਦੇ 9 ਲੱਛਣ ਨੇ। ਤੇ ਗੁਰਦੇਵ ਕਹਿੰਦੇ ਨੇ, ਗੁਰਮੁਖਾ ਉਸ ਪਹਿਲਾ ਕਮਲ ਦਾ ਫੁੱਲ ਹੋਇਆ ਪੈਦਾ ਹੋਇਆ। ਉਹਨਾਂ ਦੇ ਕਹਿਣ ਮੁਤਾਬਕ, ਗੁਰਮਤਿ ਦੇ ਮੁਤਾਬਕ ਪਹਿਲਾਂ ਬਾਣੀ ਪੈਦਾ ਹੋਈ ਔਰ ਉਹਦੇ ਤੋਂ ਬਾਅਦ ਇਹ ਮਾਇਆ ਪੈਦਾ ਹੋਈ। ਮਾਇਆ ਤੋਂ ਭਾਵ ਜਿਹੜੀ ਦਿਸੇ ਨਾ। ਮਾਇਆ ਦੀ ਵਿਆਖਿਆ ਆਪਾਂ ਬਾਣੀ ਵਿੱਚ ਬਹੁਤ ਸੁੰਦਰ ਢੰਗ ਨਾਲ ਪੜ੍ਹਦੇ ਹਾਂ। ਗੁਰੂ ਅਮਰਦਾਸ ਪਾਤਸ਼ਾਹ ਨੇ ਤੇ ਕਮਾਲ ਹੀ ਕਰ ਦਿੱਤੀ, ਕੋਈ ਉਹਦਾ ਮੁਕਾਬਲਾ ਨਹੀਂ ਆਪਾਂ ਕਰ ਸਕਦੇ। ਇਹ ਮਾਇਆ ਜਿਤ ਹਰ ਵਿਸਰੇ। ਮਾਇਆ ਦੀ ਵਿਆਖਿਆ ਗੁਰਦੇਵ ਗੁਰੂ ਅਮਰਦਾਸ ਪਾਤਸ਼ਾਹ ਮੇਰੇ ਬਾਲਕ। ਇਹ ਮਾਇਆ ਜਿਤ ਹਰ ਵਿਸਰੇ, ਮੋਹ ਵਜੈ ਭਾਉ ਦੂਜਾ ਲਾਇਆ। ਮੇਰੇ ਖਿਆਲ ਮੁਤਾਬਕ ਇਹ ਤੋਂ ਵੱਡੀ ਕੋਈ ਵਿਆਖਿਆ ਕਰ ਹੀ ਨਹੀਂ ਸਕਦਾ। ਹਜ਼ੂਰ ਕਹਿੰਦੇ, ਜਿਹਦੇ ਨਾਲ ਤੈਨੂੰ ਪਰਮਾਤਮਾ ਭੁੱਲ ਜਾਏ ਉਹ ਮਾਇਆ ਭਾਵੇਂ ਕੁਝ ਵੀ ਹੋਵੇ। ਸਾਦੀ ਜੀ ਧਾਰਨ, ਆਪਾਂ ਗੁੜਕੇ ਤੋਂ ਬਾਣੀ ਪੜ੍ਹ ਰਹੇ ਹਾਂ। ਸਾਡਾ ਪੋਤਾ ਖੇਡਦਾ ਖੇਡਦਾ ਆਇਆ, ਉਹਨੇ ਗੁੜਕਾ ਫੜ ਕੇ ਸੁੱਟ ਦਿੱਤਾ ਤੇ ਆਪਾਂ ਨੂੰ ਕਹਿੰਦਾ, ਵਿਗਿਆਨੀ ਜੀ ਤੁਹਾਡੇ ਪੋਤੇ ਨੇ ਗੁੜਕਾ ਸੁੱਟ ਦਿੱਤਾ ਹੈ। ਤੇ ਆਪਾਂ ਕਹਿੰਦੇ ਕੋਈ ਨਹੀਂ ਜੀ, ਹੋ ਜਾਂਦਾ ਹੈ। ਤੇ ਜੇ ਕਿਸੇ ਹੋਰ ਨੇ ਹੱਥ ਲਾਇਆ ਤੇ ਆਪਾਂ ਨੂੰ ਮਾਰਨ ਤੱਕ ਜਾਵਾਂਗੇ। ਆਪਾਂ ਗੁੜਕੇ ਦੀ ਬੇਅਦਬੀ ਸਹਾਰ ਲਈ ਮੋਹ ਕਰਕੇ ਸਾਡੇ ਤੇ ਮੋਹ ਹਾਵੀ ਹੋ ਗਿਆ। ਇਹ ਮਾਇਆ ਜਿਤ ਹਰ ਵਿਸਰੇ, ਮੋਹ ਵਜੈ ਭਾਉ ਦੂਜਾ ਲਾਇਆ। ਮੋਹ ਪੈਦਾ ਹੋ ਗਿਆ ਤੇ ਦੂਜੇ ਪਾਸੇ ਵੱਲ ਪ੍ਰੇਮ। ਕੋਈ ਗੱਲ ਨਹੀਂ, ਨਿਆਣਾ ਜੂ ਹੋਇਆ ਇਤਨਾ ਹੋ ਹੀ ਜਾਂਦਾ ਹੈ। ਤੇ ਜੇ ਕਿਸੇ ਹੋਰ ਨੇ ਰੁਮਾਲਾ ਲਾ ਦਿੱਤੇ, ਆਪਾਂ ਕਹਿੰਦੇ ਵੀ ਧੌਣ ਲਾ ਦੀ, ਉਹਦੀ ਜ਼ਰੂਰਤ ਕਿਵੇਂ ਪਈ ਸਕੂ ਪਾਤਸ਼ਾਹ ਤੋਂ ਰੁਮਾਲਾ ਪਾਸੇ ਕਰਨ ਦੀ। ਇਸ ਕਰਕੇ ਬਾਬਾ ਨਾਮਦੇਵ ਜੀ ਕਹਿੰਦੇ ਵੀ ਗੁਰਮੁਖਾ, ਸਾਰਿਆਂ ਤੋਂ ਪਹਿਲਾਂ ਬਾਣੀ ਪੈਦਾ ਹੋਈ ਤੇ ਬਾਣੀ ਤੋਂ ਬਾਅਦ ਮੁੜ ਕੇ ਮਾਇਆ ਪੈਦਾ ਹੋਈ, ਜਿਹਦੇ ਨਾਲ ਸੰਸਾਰ ਚੱਲਣਾ। ਮੈਂ ਬਾਈਬਲ ਵਿੱਚ ਪੜ੍ਹਿਆ, ਖੁਦ ਆਪ ਤੁਸੀਂ ਬਾਈਬਲ ਪੜ੍ਹੋ ਪੰਜਾਬੀ ਦੇ ਵਿੱਚ। ਸਾਰਿਆਂ ਤੋਂ ਪਹਿਲਾਂ ਰੱਬ ਨੇ ਆਦਮ ਪੈਦਾ ਕੀਤਾ। ਨਾਲ ਨਾਲ ਮੈਂ ਸਪਸ਼ਟੀਕਰਨ ਦੇ ਰਿਹਾ ਵੀ ਇਹ ਨਹੀਂ ਕਹਿਣਾ ਵੀ ਗੁਰਮਤਿ ਹੈ। ਮੈਂ ਨਾਲ ਬੇਨਤੀ ਕਰ ਰਿਹਾ ਵੀ ਵੱਖ-ਵੱਖ ਮਤਾਂ ਵਾਲੇ ਨੇ ਜੋ ਕਿਹਾ, ਕਹਿੰਦੇ ਵੀ ਰੱਬ ਨੇ ਮਾਇਆ ਪੈਦਾ, ਆਦਮ ਪੈਦਾ ਕੀਤਾ ਤੇ ਨਾਲ ਅੱਗੇ ਥੋੜ੍ਹਾ ਜਿਹਾ ਵਖਰੇਵਾਂ ਲਿਖਿਆ। ਕਈ ਥਾਵਾਂ ਤੇ ਲਿਖਿਆ ਵੀ ਉਹਨੇ ਕਣਕ ਦੇ ਦਾਣੇ ਪੈਦਾ ਕੀਤੇ, ਕਿਤੇ ਲਿਖਿਆ ਵੀ ਉਹਨੇ ਸੇਬ ਪੈਦਾ ਕੀਤਾ। ਨਾਲ ਕਹਿ ਦਿੱਤਾ ਵੀ ਆਹ ਚੀਜ਼ ਨਹੀਂ ਖਾਣੀ। ਇੱਕ ਸਾਦੀ ਜੀ ਗੱਲ ਜੇ, ਇਹ ਕੁਦਰਤੀ ਸਾਡੇ ਅੰਦਰ ਸੰਸਕਾਰ ਨੇ ਵੀ ਜਿਹੜੀ ਚੀਜ਼ ਤੋਂ ਰੋਕਿਆ ਜਾਏ ਨਾ, ਉਹ ਕਰਨ ਨੂੰ ਜੀ ਕਰਦਾ। ਜਿਹੜੀ ਚੀਜ਼ ਤੋਂ ਆਪਾਂ ਰੋਕਿਆ ਜਾਏ ਨਾ, ਉਹ ਕਰਨ ਨੂੰ ਜੀ ਕਰਦਾ। ਅਸੀਂ ਬਿਮਾਰ ਹਾਂ ਤੇ ਡਾਕਟਰ ਕਹਿੰਦਾ ਵੀ ਭਾਈ ਸਾਹਿਬ ਤੁਸੀਂ ਚੌਲ ਨਹੀਂ ਖਾਣੇ। ਅਸੀਂ ਕਹਿੰਦੇ ਜੱਠੀ ਦੀ ਨਹੀਂ ਖਾ ਲਿਆ ਕਰਾਂ, ਭਾਵੇਂ ਕਦੀ ਵੀ ਨਾ ਖਾਧੇ ਹੋਣ। ਉਹਨੇ ਮਨਾ ਕੀਤਾ ਤੇ ਸਾਡਾ ਉਸ ਖਾਣ ਨੂੰ ਜੀ ਕਰਦਾ ਹੈ। ਕੁਦਰਤੀ ਤੌਰ ਤੇ ਇਹ ਸਾਡਾ ਸੰਸਕਾਰ ਨੇ। ਕਹਿੰਦੇ ਨੇ ਵੀ ਉਸ ਆਦਮ ਨੇ ਉਹੜਾ ਸੇਬ ਸੀ ਉਹ ਖਾਧਾ, ਸੇਬ ਖਾਧਾ ਤੇ ਮਨ ਵਿੱਚ ਵਿਕਾਰ ਪੈਦਾ ਹੋਇਆ। ਆ ਜਿਹੜੇ ਕਈ ਬੰਦੇ ਖਾਣ ਤੇ ਸਹਿਮਤ ਨਹੀਂ, ਗੁਰਮੁਖੋ, ਰਹਿਤਨਾਮਿਆਂ 'ਚ ਲਿਖਿਆ ਹੈ, ਜਾਂ ਕੇ ਰਹਿਤ ਨਾ ਜਾਣਗੇ
ਗੁਰ ਮੰਤਰ ਨੀ ਚੀਤ, ਤਾਂ ਕਾ ਭੋਜਨ ਖਾਏ ਕੇ ਵਿਸਰੇ ਅਰਸੋਂ ਪ੍ਰੀਤ। ਤੇ ਜਿਹੜਾ ਬੰਦਾ ਕੋਈ ਕੰਮ ਕਰਦਾ ਤੇ ਆਪਾਂ ਕਹਿੰਦੇ ਵੀ ਕਿੱਡਾ ਵਹਿਮੀ ਬੰਦਾ, ਵੀ ਇਹਦੇ ਚ ਕੁਝ ਵੜ ਗਿਆ। ਤੇ ਜੇ ਬੰਦਾ ਨਗੁਰਾ ਹੈ ਤੇ ਰੋਟੀ ਤਾਂ ਨਗੁਰੀ ਨਹੀਂ ਨਾ। ਇਹ ਆਪਣਾ ਆਮ ਸਵਾਲ ਹੈ। ਅਸੀਂ ਗੁਰੂ ਅਮਰਦਾਸ ਪਾਤਸ਼ਾਹ ਦੇ ਇਤਿਹਾਸ ਦੇ ਵਿਸਾਖੀ ਪੜ੍ਹਦੇ ਹਾਂ। ਕੋਈ ਦਿਨ ਹੋਏ ਨੇ ਪਾਤਸ਼ਾਹ ਦੀ ਜੋਤੀ ਜੋਤ ਸਮਾਉਣ ਦਾ ਦਿਨ ਮਨਾਇਆ ਆਪਾਂ। ਇੱਕ ਮਹਾਤਮਾ ਦੀ ਨਾਲ ਬਾਬੇ ਅਮਰਦਾਸ ਦਾ, ਮੈਂ ਬਾਬਾ ਤਾਂ ਕਿਹਾ ਜੀ ਗੁਰਤਾ ਗੱਦੀ ਦੀ ਪ੍ਰਾਪਤੀ ਨਹੀਂ, ਪਹਿਲਾਂ ਬਾਬਾ ਉਹਨੂੰ ਨਾਲ ਲੈ ਆਏ, ਘਰ ਆਣ ਕੇ ਆਦਰ ਸਤਿਕਾਰ ਨਾਲ ਬਿਠਾਇਆ ਤੇ ਪ੍ਰਸ਼ਾਦਾ ਲੈ ਕੇ ਆਏ। ਉਹ ਕਹਿਣ ਲੱਗੇ ਵੀ ਗੁਰਮੁਖਾ ਤੁਹਾਡਾ ਗੁਰੂ ਕੌਣ ਹੈ? ਤੇ ਬਾਬਾ ਅਮਰਦਾਸ ਜੀ ਕਹਿਣ ਲੱਗੇ ਮੈਂ ਤਾਂ ਗੁਰੂ ਧਾਰਨ ਹੀ ਨਹੀਂ ਕੀਤਾ। ਉੱਥੇ ਲਿਖਿਆ ਜੀ ਵੀ ਉਹਨਾਂ ਥਾਲੀ ਵਗਾ ਕੇ ਮਾਰੀ ਵੀ ਮੈਂ ਨਗੋਰੇ ਦੇ ਹੱਥੋਂ ਰੋਟੀ ਖਾ ਬੈਠਾ। ਜਿਹੜੇ ਆਪਾਂ ਕਹਿੰਦੇ ਵੀ ਇਹਦੇ ਨਾਲ ਕੀ ਹੁੰਦਾ, ਆਪਾਂ ਅੰਮ੍ਰਿਤ ਛਕਿਆ ਗੁਰਮੁਖੋ, ਪਾਣੀ ਸੀ ਜਿਹੜਾ ਆਪਾਂ ਛਕਿਆ, ਪਾਣੀ ਤੇ ਬਾਣੀ ਪੜ੍ਹੀ ਕੇ ਤੇ ਬਣ ਗਿਆ ਅੰਮ੍ਰਿਤ, ਤੇ ਸਾਡਾ ਜੰਮਣ ਮਰਨ ਕੱਟਿਆ ਗਿਆ। ਪਾਣੀ ਤੇ ਬਾਣੀ ਪੜ੍ਹੀ ਗਈ, ਉਹਦੇ ਇਹੋ ਜਿਹਾ ਕੈਮੀਕਲ ਐਕਸ਼ਨ ਹੋਇਆ, ਰਸਾਇਣਕ ਕਿਰਿਆ ਹੋਈ ਵੀ ਉਸ ਪਾਣੀ ਤੇ ਬਾਣੀ ਪੜੀ ਗਈ ਤੇ ਅੰਮ੍ਰਿਤ ਹੋ ਗਿਆ। ਉਹਨੇ ਸਾਡਾ ਜੰਮਣ ਤੇ ਮਰਨ ਕੱਟ ਦਿੱਤਾ। ਤੇ ਜੇ ਉਹਦੇ ਨਾਲ ਜੰਮਣ ਤੇ ਮਰਨ ਕੱਟਿਆ ਗਿਆ ਤੇ ਗੁਰਮੁਖੋ ਖੀਰ ਵਿੱਚ ਆਪਾਂ ਜ਼ਹਿਰ ਪਾ ਲਾਂਗੇ ਤੇ ਖੀਰ ਤਾਂ ਮੌਤ ਦਾ ਕਾਰਨ ਬਣ ਜੇਗੀ, ਨੇ ਜ਼ਹਿਰ ਹੈ। ਇਸ ਕਰਕੇ ਆਪਾਂ ਪੜ੍ਹਦੇ ਜਾਂ ਕੇ ਰਹਿਤ ਨਾ ਜਾਣੀਏ, ਗੁਰ ਮੰਤਰ ਨਹੀਂ ਚੀਤ, ਤਾਂ ਕਾ ਭੋਜਨ ਖਾਏ ਕੇ ਵਿਸਰੇ ਅਰਸੋਂ ਪ੍ਰੀਤ। ਜਿਹੜਾ ਰਹਿਤ ਮਰਿਆਦਾ ਚ ਪ੍ਰਪੱਕ ਨਹੀਂ ਨਾ, ਉਥੋਂ ਨਾ ਖਾ, ਤੂੰ ਵੀ ਰੱਬ ਤੋਂ ਦੂਰ ਹੋ ਜਾਏਗਾ। ਇਸ ਪ੍ਰਕਾਰ ਕਹਿੰਦੇ ਨੇ ਵੀ ਸਾਰਿਆਂ ਤੋਂ ਪਹਿਲਾਂ ਬਾਣੀ ਪੈਦਾ ਹੋ। ਬੇਨਤੀ ਮੈਂ ਕਰ ਲੱਗਾ ਸਭ ਭੁੱਲ ਚੱਲੀ ਸੀ। ਕਹਿੰਦੇ ਵੀ ਬਾਬੇ ਆਦਮ ਨੂੰ ਆਖਿਆ ਗਿਆ ਵੀ ਸੇਬ ਨਹੀਂ ਖਾਣਾ, ਤੇ ਕਹਿਣ ਲੱਗਾ ਫਿਰ ਖਾ ਲਈਏ। ਜਦੋਂ ਖਾਧਾ ਨਾ ਤੇ ਮਨ 'ਚ ਸੰਸਕਾਰ ਆਏ ਵੀ ਮੇਰਾ ਇਕੱਲੇ ਦਾ ਜੀ ਨਹੀਂ ਲੱਗਦਾ। ਔਰ ਉਹਦੀ ਡਿਮਾਂਡ ਨੂੰ ਲੈ ਕਰਕੇ, ਉਹਦੀ ਮੰਗ ਨੂੰ ਲੈ ਕਰਕੇ ਮੁੜ ਕੇ ਕਹਿੰਦੇ ਅਮਾ ਹਵਾ ਬਣੀ। ਇਹ ਵੀ ਲਿਖਿਆ ਜੀ। ਔਰ ਜਿਹੜੀ ਗੱਲ ਤੋਂ ਰੋਕਿਆ ਜਾਂਦਾ, ਉਹ ਕਈ ਗੱਲਾਂ ਆਪਾਂ ਸਟੇਜ ਤੇ ਖੁੱਲ੍ਹ ਕੇ ਨਹੀਂ ਕਰ ਸਕਦੇ। ਜਿਹੜੀ ਗੱਲ ਤੋਂ ਰੋਕਿਆ ਜਾਂਦਾ ਉਹ ਬੰਦਾ ਕਰਨ ਤੋਂ ਪਰਹੇਜ਼ ਨਹੀਂ ਕਰਦਾ, ਉਹ ਲਾਜ਼ਮੀ ਕਰਦਾ ਹੈ। ਗਲਤੀ ਕੀਤੀ ਔਰ ਉਹਨਾਂ ਨੂੰ ਲੰਕਾ ਵਿੱਚ ਕੋ ਅਦਨ ਦਾ ਬਾਗ ਕਹਿੰਦੀ ਉਸ ਥਾਂ ਤੇ ਸੁੱਟਿਆ ਗਿਆ। ਉਹ ਬਾਈਬਲ ਕਹਿੰਦੀ ਭਲਿਆ ਇੱਕ ਗਲਤੀ ਕਰਕੇ ਜੇ ਬਾਬੇ ਆਦਮ ਵਰਗੇ ਥੱਲੇ ਡਿੱਗ ਪਏ ਤੇ ਤੇਰੇ 'ਚ ਕਿੰਨੀਆਂ ਗਲਤੀਆਂ ਨੇ, ਤੂੰ ਕਿਵੇਂ ਬਚੇਗਾ? ਉਹਦੇ 'ਚ ਇੱਕ ਗਲਤੀ, ਇਹ ਗਲਤੀ ਕਰਕੇ ਉਹ ਆਦਮ ਥੱਲੇ ਡਿੱਗ ਪਿਆ ਤੇ ਤੂੰ ਕਿਵੇਂ ਬਚੇਗਾ? ਔਰ ਇਸੇ ਕਾਰਨ ਕਰਕੇ ਆਪਾਂ ਹਰਮੰਦਰ ਸਾਹਿਬ ਰੋਜ਼ ਗੁਰੂ ਪਾਤਸ਼ਾਹ ਦੇ ਅੱਗੇ ਬੇਨਤੀ ਕਰਦੇ, ਪਾਤਸ਼ਾਹ ਸਾਡੇ ਵਿੱਚ ਬੇਅੰਤ ਗਲਤੀਆਂ ਨੇ ਤੇ ਸਾਨੂੰ ਬਖਸ਼ ਦੇ। ਹਮ ਅਵਗੁਣ ਭਰੇ ਏ ਗੁਣ ਨਾਹੀ, ਅੰਮ੍ਰਿਤ ਛਾੜ ਬਿਖੇ ਬਿਖਾਹੀ, ਮਾਇਆ ਮੋਹ ਭਰਮ ਪੈ ਭੂਲੇ, ਸੋ ਦਾਰਾ ਸੁ ਪ੍ਰੀਤ ਲਗਾਈ। ਇੱਕ ਉਤਮ ਪੰਥ ਸੁਣਿਓ ਗੁਰ ਸੰਗਤ। ਜਿਹੜੀ ਗੁਰੂ ਦੀ ਸੰਗਤ ਹੈ ਨਾ, ਇਹ ਸਾਰਿਆਂ ਤੋਂ ਉਤਮ ਹੈ। ਆਪਾਂ ਪੜ੍ਹਦੇ ਨਾ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਸਤ ਸੰਗਤ ਤੋਂ ਭਾਵ ਉਹ ਸੰਗਤ ਜਿੱਥੇ ਸਾਦੀ ਵਿਚਾਰ ਹੋਵੇ। ਤੇ ਆਪਣੇ ਕੋਲ ਤਾਂ ਇੱਕੋ ਸੰਗਤ ਰਹਿ ਗਈ, ਗਿਆਨੀ ਜੀ ਗੁੱਡੀ ਨੇ ਆਈਲੈਟਸ ਕਰ ਲਈ ਹੈ, ਉਹ ਤੁਹਾਡਾ ਬੇੜਾ ਤਰਜਾ ਹੈ, ਇਹ ਚੱਕਰ 'ਚ ਨਾ ਪਾਓ। ਸਤ ਨਾਲ ਜੁੜੋ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਪਰ ਸਤ ਸੰਗਤ ਵੀ ਉਹ ਆਵੇਗਾ, ਆਰੰਭ ਆਪਾਂ ਇੱਥੋਂ ਕੀਤਾ ਸੀ, ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋਵੇ, ਗੁਰੂ ਦੀ ਰਹਿਮਤ ਹੋਵੇ। ਤੇ ਇਸ ਕਰਕੇ ਇੱਥੇ ਮੇਰੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਭਾਈ ਪਹਿਲਾਂ ਬਾਣੀ ਪੈਦਾ ਹੋਈ, ਬਾਣੀ ਤੋਂ ਬਾਅਦ ਅੱਗੇ ਮਾਇਆ ਪੈਦਾ ਹੋਈ, ਅਸਗਾ ਅਸ ਉਸਗਾ। ਇਹਦੇ ਤੋਂ ਉਪਰੰਤ ਬਾਅਦ ਵਿੱਚ ਹਰ ਕਾ ਬਾਗਰਾ, ਨਾਚੇ ਪਿੰਡੀ ਮੈਂ ਸਾਗਰਾ। ਜਿਹੜਾ ਸੰਸਾਰ, ਇਹਨੂੰ ਬਾਗ ਆਖਿਆ, ਬਾਗ। ਔਰ ਇਸ ਬਾਗ ਦੇ ਵਿੱਚ ਜਿਵੇਂ ਖੂਹ ਲੱਗਾ ਹੋਵੇ ਨਾ, ਉਹਨਾਂ ਬੂਟਿਆਂ ਨੂੰ ਭਰ ਲਈ। ਇਸੇ ਤਰ੍ਹਾਂ ਗੁਰਮੁਖਾ ਇੱਥੇ ਹਲਟੀ ਵਾਲਾ ਖੂਹ ਹੈ, ਹਲਟੀ ਵਾਲਾ ਖੂਹ, ਜਿਹਨੂੰ ਆਪਾਂ ਗੁਰਬਾਣੀ ਪੜ੍ਹਦੇ ਹਾਂ। ਤੁਸੀਂ ਕਹੋਗੇ ਨਹੀਂ ਤੁਸੀਂ ਇਹ ਗੱਲ ਕਿਵੇਂ ਕਹੀ? ਬਾਣੀ ਦੀ ਪੰਕਤੀ ਹਰ ਹਟ ਕੀ ਮਾਲਾ ਜੈਸੇ ਟਿੰਡ ਲਗਤ ਹੈ, ਇੱਕ ਸਖਣੀ
एक होर प्रियत है, ऐसो ये खेल खसम का। ਇਹ ਗੁਰਮੁਖੋ ਸੰਸਾਰ ਇੱਕ ਪਾੜਛੇ ਵਾਲਾ ਖੂਹ ਹੈ। ਆਪਾਂ ਜਿੰਨੇ ਜੀਵ ਹਾਂ, ਆਪਾਂ ਟਿੰਡਾਂ ਤੇ ਮਨੇਂਦਾ ਪਰਾਰਬ ਦਾ ਪਾਣੀ ਲੈ ਕਰਕੇ ਆਪਾਂ ਸੰਸਾਰ ਤੇ ਆਉਨੇ ਆ। ਪਾਣੀ ਪਾੜਛੇ 'ਚ ਪੈ ਗਿਆ ਤੇ ਖਾਲੀ ਟਿੰਡ ਤੁਰ ਗਈ। ਇਸੇ ਪ੍ਰਕਾਰ ਅਸੀਂ ਪਰਾਰਬਧ ਰੂਪੀ ਪਾਣੀ ਲੈ ਕੇ ਆਏ। ਇਹ ਸੰਸਾਰ ਇੱਕ ਪਾੜਛੇ ਦੀ ਤਰ੍ਹਾਂ, ਜਦੋਂ ਸਾਡੀ ਪਰਾਰਬਧ ਮੁੱਕੀ ਤੇ ਅਸੀਂ ਇੱਥੋਂ ਤੁਰ ਜਾਣਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ, ਭਾਈ ਇਹ ਹਰੀ ਦਾ ਬਾਗ ਹੈ ਔਰ ਇਹਦੇ ਵਿੱਚ ਟਿੰਡਾਂ ਦੇ ਖੂਹ ਬਾਗੂ ਜਿਹੜੇ ਜੀਵ ਨੇ ਨਾ, ਇਹ ਕਿਰਿਆ ਕਰਦੇ ਨੇ, ਨਾਚੇ ਤੋਂ ਨੱਚ ਰਹੇ ਨੇ, ਭਾਵ ਕਿਰਿਆ ਕਰ ਰਹੇ ਹਨ। ਅੱਗੇ ਕਿਰਪਾ ਕਰਨ ਰਹਾਉ। ਬਸਰਾਮ ਦੇ ਕਰ ਕਿਰਪਾ ਕਰਦੇ ਨੇ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ, ਗੁਰਮੁਖਾ ਸਮਝਿਆ ਕਿ ਨਹੀਂ ਸਮਝਿਆ? ਤੂੰ ਇੱਕ ਟਿੰਡ ਦੇ ਬਨਿੰਦ ਹੈ, ਆਪਣੇ ਆਪ ਨੂੰ ਵੱਡਾ ਨਾ ਸਮਝੀ, ਤੂੰ ਇੱਕ ਟਿੰਡ ਦੇ ਬਨਿੰਦ ਹੈ। ਇਹ ਰਹਾਉ ਸਾਨੂੰ ਸੰਕੇਤ ਕਰਦੀ ਹੈ। ਨਾਚੰਤੀ ਗੋਪੀ ਜੰਨਾ। ਜਿਵੇਂ ਆਪਾਂ ਕ੍ਰਿਸ਼ਨ ਦੀ ਲੀਲਾ ਦੇ ਵਿੱਚ ਗੋਪੀਆਂ ਦੇ ਨੱਚਣ ਦੀ ਕਿਰਿਆ ਦੀ ਬਾਤ ਪੜ੍ਹਦੇ ਹਾਂ, ਇੱਥੇ ਲਫ਼ਜ਼ ਆਇਆ ਸੀ, ਕ੍ਰਿਸ਼ਨਾ ਤੇ ਜਾਨੂ ਹਰ ਹਰ ਨਚੰਤ ਨਿਯਤਨਾ। ਇਸ ਪ੍ਰਕਾਰ ਉਹ ਅਵਿਦਿਆ ਦੇ ਹਨੇਰੇ ਤੋਂ ਪਰਾਂ ਜੋ ਪਰਮਾਤਮਾ ਨਾ, ਉਹਦੇ ਇਸ ਬਾਗ ਦੇ ਵਿੱਚ ਜਿਹੜੇ ਜੀਵ ਨੇ ਇਹ ਗੋਪੀਆਂ ਦੀ ਤਰ੍ਹਾਂ ਨੱਚਦੇ ਨੇ, ਇਹ ਕਿਰਿਆ ਕਰ ਰਹੇ ਨੇ, ਹਰਕਤ ਕਰ ਰਹੇ ਹਨ। ਨਈਆ ਤੇ ਪੈਰੇ ਕੰਨਾ। ਨਈਆ ਦਾ ਅਰਥ ਹੁੰਦਾ ਪ੍ਰੇਰਕ, ਸਟਿਮੂਲੇਟਰ। ਤੁਮ ਦਾਤੇ ਠਾਕਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਕ ਨਿਮਕ ਤੁਮ ਹੀ ਪ੍ਰਤਪਾਲੂ ਹਮ ਬਾਰਕ ਤੁਮਰੇ ਧਾਰੇ। ਜੇਵਾ ਏਕ ਕਵਨ ਗੁਣ ਕਹੀਏ, ਬੇਸ਼ੁਮਾਰ ਬਿਆਨ ਸੁਆਮੀ ਤੁਰ ਅੰਤ ਨ ਕਿਨਹੀ ਲਈਏ। ਕੋੜ ਅਪਰਾਧ ਹਮਾਰੇ ਖੰਡੋ ਅਨਕ ਵਿਧि ਸਮਝਾਵੋ, ਹਮ ਅਗਿਆਨ ਅਲਪਾ ਥੋਰੀ ਤੁਮ ਆਪਨ ਬਿਰਧ ਰਖਾਵੋ। ਤੁਮਰੀ ਸਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ। ਰਾਖੋ ਰਾਖਨ ਹਾਰ ਦਿਆਲਾ, ਨਾਨਕ ਕਰਕੇ ਗੋਲੇ। ਇਸ ਪ੍ਰਕਾਰ ਉਸ ਪ੍ਰੇਰਕ ਤੋਂ ਅੱਗੇ ਇਹ ਸਮੁੱਚੀ ਸ੍ਰਿਸ਼ਟੀ ਬਣੀ। ਤਰਕ ਨਾ ਚਾ। ਜਿਹੜੀ ਧਰਮ ਦੀ ਨੀਂਹ ਹੈ ਨਾ ਗੁਰਮੁਖੋ, ਇਹ ਹੈ ਸ਼ੰਕਾ ਨਾ ਕਰ। ਤਰਕ ਦਾ ਭਾਵ ਹੁੰਦਾ ਨੁਕਤਾ ਚੀਨੀ। ਇਹ ਸਾਡੇ ਤੇ ਵਾਹਿਗੁਰੂ ਕਿਰਪਾ ਕਰੇ, ਸਾਡਾ ਸੁਭਾਅ ਹੀ ਬਣ ਗਿਆ ਵੀ ਹਰ ਗੱਲ ਤੇ ਨੁਕਤਾ ਚੀਨੀ। ਕਦੇ ਆ ਕਥਾ ਹੁੰਦੀ ਨਾ ਮੰਜੀ ਸਾਹਿਬ, ਮੈਂ ਸੁਣਦਾ ਨਹੀਂ। ਮੈਨੂੰ ਕੱਲ ਕਿਸੇ ਨੇ ਆਖਿਆ ਵੀ ਗਿਆਨੀ ਜੀ ਮੈਂ ਕਥਾ ਕੀਤੀ ਸੁਣੀ ਜੀ। ਮੈਂ ਕਿਹਾ ਮੈਂ ਗਿਆਨੀ ਨਹੀਂ ਸੁਣੀ। ਗੱਲ ਕੀ? ਮੈਂ ਕਿਹਾ ਵੀ ਸਾਡੇ ਸਮਾਜ 'ਚ ਬਹੁਤ ਵੱਡਾ ਔਗਣ ਹੈ ਵੀ ਬੰਦੇ ਨੇ ਪੌਣਾ ਘੰਟਾ ਕਥਾ ਕੀਤੀ ਤੇ ਬੜੇ ਚੰਗੇ ਵਿਚਾਰ ਦਿੱਤੇ, ਪਰ ਜਿਹੜੀ ਕੋਈ ਗਲਤੀ ਕਰ ਗਿਆ ਅਸੀਂ ਕਹਿੰਦੇ ਆਹ ਗਲਤ ਕਰ ਗਿਆ। ਉਹਨੇ 100 ਗੱਲ ਕੀਤੀ, ਆਖਰ ਮਨੁੱਖ ਹੈ, ਗਲਤੀਆਂ ਕਿਉਂ ਨਾ ਕਰੇਗਾ। ਲੇਕਿਨ ਉਹਨੇ ਕਿੰਨੀਆਂ ਚੰਗੀਆਂ ਗੱਲਾਂ ਕਹੀਆਂ, ਉਹ ਆਪਾਂ ਨੂੰ ਭੁੱਲ ਜਾਣਗੀਆਂ। ਤੇ ਜਿਹੜਾ ਕੋਈ ਸਾਨੂੰ ਸ਼ੰਕਾ ਲੱਭਾ, ਆਪਾਂ ਸ਼ੰਕਾ ਫੜਨਾ ਵੀ ਇਹਨੂੰ ਆਹ ਪੁੱਛਾਂਗੇ। ਜਿਵੇਂ ਅੱਜ ਕੱਲ੍ਹ ਸਾਡੇ ਪ੍ਰਚਾਰਕਾਂ ਦਾ ਸੁਭਾਅ ਬਣ ਗਿਆ, ਉੱਥੇ ਇਸ਼ਨਾਨ ਕਰਨ ਦਾ ਕੀ ਫਾਇਦਾ ਹੈ, ਉੱਥੇ ਜਾਣ ਦਾ ਕੀ ਫਾਇਦਾ ਹੈ। ਉੱਥੇ ਇਸ਼ਨਾਨ ਕਰਨ ਦਾ ਫਾਇਦਾ ਵੀ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਤੂੰ ਕਹਿਣਾ ਫਾਇਦਾ ਕੋਈ ਨਹੀਂ। ਬਾਣੀ ਕਹਿੰਦੀ ਰਾਮਦਾਸ ਸਰੋਵਰ ਨਹਾਤੇ ਸਭ ਲਾਥੇ ਪਾਪ ਕਮਾਤੇ। ਤੇ ਆਪਾਂ ਕਹਿੰਦੇ ਨਹਾਉਣ ਦਾ ਕੀ ਫਾਇਦਾ ਹੈ। ਇਸ ਕਰਕੇ ਇੱਥੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ, ਗੁਰਮੁਖਾ ਨੁਕਤਾ ਚੀਨ ਨਾ ਕਰ। ਤਰਕ ਨਾ ਚਾਹ ਤੋਂ ਭਾਵ ਨੁਕਤਾ ਚੀਨ ਨਾ ਕਰ, ਖੰਡਨ ਮੰਡਣ ਨਾ ਕਰ। ਇਹ ਪਰ ਤਰਕ ਆਈ ਕਿਉਂ? ਅੱਗੇ ਜਵਾਬ ਦਿੰਦੇ ਹਨ, ਭਰਮੀਆਂ ਚਾ। ਇਹ ਸਾਨੂੰ ਇੱਕ ਭੁਲੇਖਾ ਪੈ ਗਿਆ। ਜਿਹੜਾ ਭਰਮ ਹੈ ਨਾ, ਇਹਦੀਆਂ 7 ਕਿਸਮਾਂ ਲਿਖੀਆਂ ਨੇ ਬਾਣੀ ਵਿਦਵਾਨ ਪੁਰਸ਼ਾਂ ਨੇ। ਵਿਦਾਂਤ ਵਿੱਚ ਇਹਦੀਆਂ 7 ਕਿਸਮਾਂ ਹਨ ਤੇ ਗੁਰਬਾਣੀ 'ਚ ਇਹਨੂੰ ਬਹੁਤ ਸੂਖਮ ਤੇ ਬੜਾ ਸੁੰਦਰ ਢੰਗ ਨਾਲ ਜਵਾਬ ਦਿੱਤਾ। ਕਿਆ ਕਹੀਏ, ਭਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ। ਗੁਰਬਾਣੀ 'ਚ ਭਰਮ ਦੀ ਵਿਆਖਿਆ। ਕਿਆ ਕਹੀਏ, ਭਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ। ਭਰਮ ਹੈ ਕਿ ਆਪਾਂ ਜੋ ਕੁਝ ਸਮਝਦੇ ਉਹ ਨਾ ਹੋਵੇ। ਆਪਾਂ ਨੂੰ ਇੱਕ ਭਰਮ ਪਿਆ ਜਿੰਨੇ ਬੈਠੇ ਆ ਨਾ, ਮੈਂ ਨਾ ਮਰੋ ਮਰਬੋ ਸੰਸਾਰਾ। ਮੈਂ ਨਹੀਂ ਮਰਨਾ, ਮੈਨੂੰ ਕੀ ਹੋਇਆ। ਹਾਂ ਫਲਾਣਾ ਸਿੰਘ ਮਿਲਿਆ ਸੀ ਤੇ ਉਹਦੀ ਅੱਗੇ ਨਾਲੋਂ ਜਿਹੜੀ ਚਾਲ ਫਰਕ ਪੈ ਗਿਆ। ਜਾਪਦਾ ਵੀ ਸਾਲ ਨਹੀਂ ਕੱਢਣਾ ਉਹਨੇ ਆਪਣਾ। ਅਸੀਂ ਇੱਟਾਂ ਲਾ ਲਈਆਂ, ਮੈਂ ਮਰਨਾ ਨਹੀਂ। ਲੇਕਿਨ ਬਾਬਾ ਫਰੀਦ ਕਹਿੰਦਾ, ਭਲਿਆ ਫਰੀਦਾ ਕਿੱਥੇ ਤੈਂਡੇ ਮਾਪਿਆ, ਤੂੰ ਕਹਿੰਦਾ ਮੈਂ ਮਰਨਾ ਨਹੀਂ। ਮਾਂ ਤੇਰੀ ਕਿੱਥੇ ਗਈ, ਬਾਪੂ ਕਿੱਥੇ ਗਿਆ? ਫਰੀਦਾ ਕਿੱਥੇ ਤੈਂਡੇ ਮਾਪਿਆ, ਜਿੰਨੀ ਤੂੰ ਜਣਿਓ ਏ ਤੈਂ ਪਾਸੋਂ ਉਹ ਲੱਦ ਗਏ, ਤੂੰ ਅਜੇ ਨਾ ਪਤੀੜੇ ਹੋਏ।
ਤੇਰੇ ਪਾਸੋਂ ਤੁਰ ਗਏ, ਤੈਨੂੰ ਅਜੇ ਵੀ ਸਮਝ ਨਹੀਂ। ਤਰਕ ਨਾ ਚਾਹ, ਸ਼ੰਕਾ ਨਾ ਕਰ, ਮਹਾਰਾਜ ਕੀ ਕਰਾਂ, ਭੁਲੇਖਾ ਪੈ ਗਿਆ। ਭੁਲੇਖੇ ਵਿੱਚ ਹਾਂ, ਅੱਗੇ ਕਿਰਪਾ ਕਰਨਗੇ। ਕੇਸਵਾ ਬਚਾਉਣੀ ਆਈਏ ਮਈਏ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਵੀ ਗੁਰਮੁਖਾ ਐਸ ਢੰਗ ਨਾਲ ਤੂੰ ਬਚ ਸਕਦਾ ਹੈ। ਕੇਸਵਾ ਦਾ ਭਾਵ ਹੁੰਦਾ ਹੈ ਜਲ ਆਦਿਕ ਪਦਾਰਥਾਂ ਤੇ ਸੈਨ ਕਰਨ ਵਾਲਾ। ਇਹ ਵਿਦਵਾਨਾਂ ਨੇ ਅਰਥੇ ਕੀਤੇ ਨੇ, ਸਾਨੂੰ ਪੜ੍ਹਾਏ ਨੇ ਕਿ ਜਲ ਆਦਿ ਪਦਾਰਥਾਂ ਵਿੱਚ ਸੈਨ ਕਰਨ ਵਾਲਾ, ਵਿਚਰਨ ਵਾਲਾ। ਬਚਾਉਣੀ ਅਈਏ ਮਈਏ, ਹੇ ਪਰਿਪੂਰਨ ਪਰਮਾਤਮਾ, ਸਾਰਿਆਂ ਦੇ ਰੱਖਕ, ਮੈਂ ਤੇਰੀ ਸ਼ਰਨ ਵਿੱਚ ਆਇਆ ਤੇ ਮੈਨੂੰ ਬਚਾਉਣਾ ਕਰੋ ਜੀ। ਏਕ ਆਨ ਜੀਓ, ਮੈਨੂੰ ਕੇਵਲ ਤੇ ਕੇਵਲ ਇੱਕ ਤੇਰਾ ਆਸਰਾ ਹੈ। ਮੈਂ ਤੇਰਾ ਓਟ ਆਸਰਾ ਤੱਕ ਤੇ ਤੇਰੇ ਕੋਲ ਆਇਆ ਹਾਂ। ਪਿੰਦੇ ਉਪਕਲੇ ਸੰਸਾਰਾ। ਜਿਵੇਂ ਗੁਰਮੁਖੋਂ ਦੀਆਂ ਟਿੰਡਾਂ ਨੇ ਨਾ, ਉਹ ਖੂਹ ਦੇ ਵਿੱਚ ਪਈ ਜਾਂਦੀਆਂ ਤੇ ਮੁੜ ਕੇ ਵਾਰ-ਵਾਰ ਭਰ ਕੇ ਆਈ ਜਾਂਦੀਆਂ ਨੇ। ਇਸੇ ਪ੍ਰਕਾਰ ਜਿਵੇਂ ਆਪਾਂ ਹੁਣੇ ਗੱਲ ਕੀਤੀ ਵੀ ਆਪਾਂ ਜੀਵ ਟਿੰਡਾਂ ਦੀ ਮਨੇਨਾ ਪਰਾਰਬਧ ਰੂਪੀ ਪਾਣੀ ਨਾਲ ਭਰ ਕੇ ਇਹ ਸੰਸਾਰ ਵਿੱਚ ਆਈ ਜਾਂਦੇ ਆ। ਸੰਸਾਰ ਦੀ ਵਿਆਖਿਆ ਵਿਦਾਂਤ ਵਿੱਚ ਹੈ ਸੰਸਕਤੀ ਸੰਸਾਰਾ, ਜਿਹਨੂੰ ਆਪਾਂ ਗੁਰਬਾਣੀ 'ਚ ਕਹਿੰਦੇ ਇਹੋ ਸੰਸਾਰ ਬਕਾਰ ਸੰਸੇ ਨੇ। ਇਹ ਆਪਾਂ ਸੰਸਾਰੀ ਜੀ ਫਜ਼ੂਲ ਸੰਸਿਆਂ ਦੇ ਵਿੱਚ ਆ, ਪਰ ਤਰਿਓ ਬ੍ਰਹਮ ਗਿਆਨੀ ਜਿਹੜਾ ਪਰਮਾਤਮਾ ਦੀ ਜਿਹਨੂੰ ਸੋਝੀ ਹੋ ਗਈ ਨਾ, ਉਹ ਤਰ ਗਿਆ। ਇਸ ਪ੍ਰਕਾਰ ਜਿਹੜੇ ਇਹ ਜੀਵ ਨੇ, ਜਿਵੇਂ ਟਿੰਡਾਂ ਪਾਣੀ ਭਰ ਕੇ ਆਉਂਦੀਆਂ ਨੇ, ਇਸੇ ਪ੍ਰਕਾਰ ਇਹ ਪਰਾਰਬਧ ਰੂਪੀ ਪਾਣੀ ਲੈ ਕੇ ਸੰਸਾਰ ਰੂਪੀ ਪਾਰਸ਼ ਵਿੱਚ ਪਈ ਜਾ ਰਿਹਾ ਹੈ। ਭ੍ਰਮ ਭ੍ਰਮ ਆਏ ਤੁਮ ਚੇ ਦੁਆਰਾ। ਬੜੇ ਭੁਲੇਖੇ ਪਏ ਨੇ ਮਹਾਰਾਜ, ਤੇ ਹੁਣ ਤੇਰੇ ਦੁਆਰੇ ਤੇ ਆਇਆ। ਇਹ ਭੁਲੇਖਾ ਵੱਡਿਆਂ ਨੂੰ ਪੈ ਗਿਆ। ਇਤਿਹਾਸ ਪੜ੍ਹੀਦਾ ਹੈ, ਬਾਬੇ ਬੁੱਢੇ ਦੀ ਅੰਸ਼ ਵਿੱਚੋਂ ਬਾਬਾ ਰਾਮਕੌਰ ਸਾਹਿਬ ਹੋਏ ਹਨ, ਜਿਨ੍ਹਾਂ ਨੂੰ ਅੰਮ੍ਰਿਤ ਛਕਿਆ ਤੇ ਮੁੜ ਕੇ ਨਾਮ ਬਣਿਆ ਗੁਰਬਖਸ਼ ਸਿੰਘ। ਇਤਿਹਾਸ ਵਿੱਚ ਇਹ ਵੀ ਲਿਖਿਆ ਕਲਗੀਧਰ ਪਾਤਸ਼ਾਹ ਨੇ ਅੰਮ੍ਰਿਤ ਜਦੋਂ ਗੁਰਤਾ ਗੱਦੀ ਤੇ ਸਵਾਈਮਾਨ ਹੋਏ ਨੇ, ਉਦੋਂ ਉਸ ਬਾਬੇ ਰਾਮਕੌਰ ਦੀ ਉਮਰ 2.5 ਸਾਲ ਦੀ ਸੀ ਤੇ ਉਹਦਾ ਅੰਗੂਠਾ ਫੜ ਕੇ ਕਲਗੀਧਰ ਪਾਤਸ਼ਾਹ ਨੂੰ ਗੁਰਤਾ ਤਿਲਕ ਲਾਇਆ ਗਿਆ। ਲਿਖਿਆ ਜੋ ਤਿਉਹਾਰ ਵਿੱਚ, ਭਾਵ ਗੁਰੂ ਦੀ ਰਹਿਮਤ ਦੇ ਪਾਤਰ ਨੇ। ਤੇ ਉੱਥੇ ਲਿਖਿਆ ਵੀ ਕਲਗੀਧਰ ਬਾਪੂ ਘੋੜੇ ਤੇ ਸਵਾਰ ਹੋਣ ਲੱਗੇ ਤੇ ਸ਼ੰਕੇ ਦੀ ਗੱਲ ਕਰਨ, ਭਰਮ ਦੀ। ਕਹਿਣ ਲੱਗਾ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਹੈ ਤਾਂ ਭਾਵੇਂ ਸਾਡਾ ਗੁਰੂ, ਪਰ ਹੈ ਤਾਂ ਪਤਲਾ ਜਿਹਾ ਨਾ, ਮਨੁੱਖ ਸਮਝ ਲਿਆ ਪਤਲਾ ਜਿਹਾ। ਤੇ ਗੁਰੂ ਇਹਨਾਂ ਭੁਲੇਖਿਆਂ ਨੂੰ ਦੂਰ ਕਰਦਾ ਤੇ ਕਹਿਣ ਲੱਗੇ, ਬਾਬਾ ਰਾਮਕੌਰ ਜੀ, ਇਹ ਬਾਬਾ ਬੁੱਢਾ ਕਰਕੇ ਬਾਬਾ ਜੀ ਸਤਿਕਾਰ ਨਾਲ ਬੁਲਾਉਂਦੇ, ਬਾਬਾ ਜੀ ਲਾਗੇ ਆਓ। ਜਦੋਂ ਲਾਗੇ ਆਏ ਤੇ ਕਲਗੀਧਰ ਬਾਪੂ ਨੇ ਮੋਢੇ ਤੇ ਹੱਥ ਰੱਖਿਆ ਤੇ ਉਹਦੀ ਚੀਕ ਨਿਕਲ ਗਈ, ਇੰਨਾ ਭਾਰ। ਕਹਿਣ ਲੱਗੇ, ਰਾਮਕੌਰ ਸਾਹਿਬ, ਗੁਰੂ ਚਮੜਾ ਨਾ ਸਮਝੋ, ਗੁਰੂ ਦੇਹ ਨਾ ਸਮਝੋ। ਤੇ ਕਹਿਣ ਲੱਗੇ, ਜੀ ਮੈਂ ਭੁੱਲ ਗਿਆ। ਤੇ ਕਲਗੀਧਰ ਬਾਪੂ ਕਹਿਣ ਲੱਗਾ, ਗੱਲ ਤਾਂ ਇਹ ਨਹੀਂ, ਜੇ ਭੁੱਲ ਗਿਆ ਤੇ ਤੇਰਾ ਭਲਾ ਹੋ ਜਾਏਗਾ। ਆਪਾਂ ਤਾਂ ਭੁੱਲ ਮੰਨਦੇ ਨਹੀਂ। ਭ੍ਰਮ ਆਏ ਤੁਮ ਚੇ ਦੁਆਰਾ, ਭਰਮ ਭੁਲੇਖਿਆਂ ਵਿੱਚ ਬੜੇ ਪਏ ਭੜਕੇ ਆ, ਹੁਣ ਤੇਰੇ ਦਰ ਤੇ ਆਇਆ। ਮੈਂ ਹਰ ਸਾਲ ਬੇਨਤੀ ਕਰਦਾ, ਹੁਣ ਵੀ ਕਰਾਂ, ਜਦੋਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਸਾਹਮਣੇ ਆਉਂਦੇ ਨਾ, ਉਦੋਂ ਆਖਿਆ ਕਰੋ, ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ, ਬਾਹੇ ਗਏ ਕੀ ਲਾਜਸ ਗੋਬਿੰਦ ਦਾਸ ਦਵਾਰ। ਪਾਤਸ਼ਾਹ ਬੜੇ ਥਾਵਾਂ ਦੇ ਧੱਕੇ ਖਾਦੇ, ਕਿਉਂ? ਤੇਰੇ ਕੋਲ ਕਿਉਂ ਆਇਆ? ਇਹਦਾ ਜਵਾਬ ਆਪਾਂ ਪੜ੍ਹਦੇ ਹਾਂ। ਬਾਬਾ ਭਿੱਖਾ ਦਿੰਦਾ, ਕਹਿੰਦਾ, ਰਹਿਓ ਬਰਸੋਂ ਟੋਲ ਸਾਧ ਬਹੁ ਤੇਰੇ ਡਿਠੇ, ਸੰਨਿਆਸੀ ਤਪਸੀਏ ਮੁਖੋਂ ਪੰਡਤ ਮਿੱਠੇ, ਬਰਸ ਏਕ ਹੋਂ ਫਿਰਿਓ ਕਿਨੋਂ ਨੋ ਪਰਚੋ ਲਾਇਓ, ਕਹਿਤੇ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ, ਹਰ ਨਾਮ ਛੂਟ ਦੂਜੇ ਲੱਗੇ, ਤਿਨ ਕੇ ਗੁਣ ਹੋ ਕਿਆ ਕਹੂੰ, ਗੁਰ ਦਈਓ ਮਲਾਇਓ ਭਿਖਿਆ, ਜਿਮ ਤੂੰ ਰੱਖੇ ਤਿਵ ਰਹੋ। ਮੈਂ ਬੜਿਆਂ ਕੋਲ ਗਿਆ, ਗੱਲਾਂ ਬੜੀਆਂ ਕਰਦੇ, ਪਰ ਪੱਲੇ ਕੱਖ ਨਹੀਂ ਹੋ। ਇਹ ਪ੍ਰੈਕਟੀਕਲ ਲਾਈਫ ਹੈ ਤੇਰੀ, ਪ੍ਰੈਕਟੀਕਲ। ਤੂੰ ਕਹਿੰਦਾ ਨਾ ਮੋਹ ਤੋਂ ਰਹਿਤ ਹੋ, ਤੇ ਬਾਜਾਂ ਵਾਲਿਆ, ਮੈਂ ਤਾਈਓ ਤਾਂ ਤੈਨੂੰ ਗੁਰੂ ਮੰਨਦਾ। ਤੂੰ ਪੁੱਤਰਾਂ ਦੇ ਸਰੀਰ ਦੀ ਕੋਲ ਦੀ ਚਮਕੌਰ ਚੋਂ ਲੰਘਿਓ, ਪਰ ਤੇਰੀ ਅੱਖਾਂ 'ਚ ਗਲੇਡੂ ਨਹੀਂ ਆਇਆ। ਤੂੰ ਆਪਣੇ ਬਾਪੂ ਦਾ ਸੀਸ ਆਪਣੇ ਹੱਥਾਂ 'ਚ ਲਿਆ, ਤੇਰਾ ਗਲਾ ਬੰਦ ਨਹੀਂ ਹੋਇਆ। ਇਸ ਕਰਕੇ ਤੈਨੂੰ ਮੱਥਾ ਟੇਕਦਿਆਂ ਤੂੰ ਇਹਨਾਂ ਮੋਹ ਦੇ ਚੱਕਰਾਂ 'ਚ ਨਹੀਂ ਆਉਂਦਾ, ਇਹਦੇ ਤੋਂ ਉੱਪਰ ਹੈ। ਭ੍ਰਮ ਆਏ ਤੁਮ ਚੇ ਦੁਆਰਾ, ਉਹਨਾਂ ਦੇ ਪੱਲੇ ਕੱਖ ਨਹੀਂ, ਤੇ ਤੂੰ ਸਮਰੱਥ ਹੈ।
ਤੇ ਅੱਗੇ ਭਗਵਾਨ ਪੁੱਛਦਾ ਹੈ, ਗੁਰੂ ਪੁੱਛਦਾ ਤੂੰ ਕੌਣ ਹੈ, ਤੂੰ ਕੌਣ ਰੇ ਭਾਈ, ਤੂੰ ਕੌਣ ਹੈ? ਤੂੰ ਕੌਣ ਰੇ ਮੈਂ ਜੀ ਨਾਮਾ। ਜੀ ਦਾ ਭਾਵ ਹੈ ਆਗਿਆਕਾਰੀ ਹੋਣਾ। ਮਹਾਰਾਜ ਮੈਂ ਤੁਹਾਡਾ ਦਾਸ ਹਾਂ ਤੇ ਮੇਰਾ ਨਾਮ ਨਾਮਾ ਹੈ, ਨਾਮਦੇਵ ਹੈ। ਹੋ ਜੀ ਆਲਾ ਤੇ ਨਿਵਾਰਣਾ ਮੈਂ ਜਮ ਤੁਹਾਡੇ ਅੱਗੇ ਕਾਰਣਾ। ਬੇਨਤੀ ਤਾਂ ਕਰਦਾ, ਆਲਾ ਕਹਿੰਦੇ ਨੇ ਘਰ ਨੂੰ, ਆਲਾ ਨਾਮ ਕਰਦਾ ਹੈ। ਵਿਦਿਆਲਾ ਵਿਦਿਆ ਦਾ ਘਰ, ਗਊਸ਼ਾਲਾ ਗਊਆਂ ਦਾ ਘਰ, ਪਾਠਸ਼ਾਲਾ ਜਿੱਥੇ ਬੱਚਿਆਂ ਨੂੰ ਪੜ੍ਹਾਇਆ ਜਾਏ, ਕਰਨਾਲੇ ਹੈ ਰਹਿਮ ਦਾ ਘਰ। ਇਸ ਕਰਕੇ ਪਾਤਸ਼ਾਹ ਜਿਹੜੇ ਇਹ ਭਰਮਾਂ ਦਾ ਘਰ ਹੈ ਨਾ, ਸੰਸਾਰ, ਇਹੋ ਸੰਸਾਰ ਬਕਾਰ ਸੰਸੇ ਮੈਂ, ਆਲਾ ਤੇ ਨਿਵਾਰਨਾ, ਮੈਨੂੰ ਇਹਨਾਂ ਸੰਸਿਆਂ ਵਿੱਚੋਂ ਕੱਢਣਾ ਕਰੋ। ਤੇ ਜੇ ਨਾ ਨਿਕਲਿਆ ਨਾ ਜਮ ਕਾਰਨ, ਇਹ ਸੰਸੇ ਜੰਮਣ ਤੇ ਮਰਨ ਦਾ ਕਾਰਨ ਬਣ ਜਾਣਗੇ। ਜਿਹੜਾ ਜਮ ਲਫ਼ਜ਼ ਹੈ ਨਾ, ਇਹ ਦੋ ਸ਼ਬਦਾਂ ਦਾ ਇਕੱਠ ਹੈ, ਜੱਜਾ ਜਨਮ, ਮਾਮਾ ਮੌਤ। ਜਿਹੜਾ ਜੰਮਣ ਤੇ ਮਰਨ ਦਾ ਚੱਕਰ, ਇਹਨੂੰ ਆਪਾਂ ਕਹਿੰਦੇ ਜਮ। ਇਹ ਜੰਮਣ ਤੇ ਮਰਨ ਦਾ ਜਿਹੜਾ ਕਾਰਨ ਇਹ ਭਰਮ ਹੈ। ਤੇ ਕਿਰਪਾ ਕਰੋ, ਮੈਂ ਤੁਹਾਡੇ ਦਰ ਤੇ ਆਇਆ, ਤੁਹਾਡੇ ਘਰ ਵਿੱਚ ਆਇਆ, ਮੈਨੂੰ ਇਹਨਾਂ ਭਰਮਾਂ ਚੋਂ ਕੱਢੋ, ਮੈਨੂੰ ਇਹਨਾਂ ਚੱਕਰਾਂ ਚੋਂ ਕੱਢੋ। ਇਹ ਗੁਰਮੁਖੋ ਸੂਖਮ ਵਿਚਾਰ ਹੈ। ਸਤਿਗੁਰੂ ਪਾਤਸ਼ਾਹ ਸਾਡੇ ਤੇ ਵੀ ਰਹਿਮਤਾਂ ਕਰਨ ਕਿ ਸਾਡੇ ਮਨ ਚੋਂ ਭਰਮ ਨਿਕਲ। ਅੱਜ ਸ਼ਨੀਵਾਰ ਹੈ, ਦਿਨ ਬੜਾ ਕਰੜਾ ਹੈ। ਆ ਕੱਲ੍ਹ ਸ਼ਨੀਵਾਰ ਲੰਘਿਆ ਨਾ, ਤੇ ਮੈਂ ਵੇਖਿਆ ਕਈਆਂ ਨੇ ਡੋਲੂ ਫੜੇ, ਤੇ ਮੇਰਾ ਜੀ ਕਰੇ ਵੀ ਕਿ ਮੇਰੇ ਲਾਗੇ ਆਵੇ ਤੇ ਮੈਂ ਤੇਲ ਲਵਾਂ ਤੇ ਜਾ ਕੇ ਮੈਂ ਕਿਹਾ ਪਕੌੜੇ ਕੱਢ ਖਾਵਾਂਗੇ, ਪਰ ਕੱਲ੍ਹ ਕੋ ਆਇਆ ਹੀ ਨਹੀਂ ਬੰਦਾ। ਮੈਂ ਵੇਖਿਆ ਅੰਮ੍ਰਿਤਸਰ ਵੀ ਡੋਲੂ ਫੜੀ ਫਿਰਨ, ਤੇ ਮੇਰਾ ਜੀ ਕਰੇ ਵੀ ਜੇ ਕਿਤੇ ਲਾਗੇ ਹੋਣ ਤੇ ਮੈਂ ਡੱਬਾ ਖੋਵਾਂ ਇਹਨਾਂ ਕੋਲੋਂ ਤੇ ਪਕੌੜੇ ਖਾਵਾਂਗਾ। ਹੁਣ ਕਿੱਡਾ ਝੁੱਡੂ ਪੁਣਾ ਹੈ, ਆਖੇ ਤਲੀ ਤੇਲ ਦੀ ਪੜੀ ਦਿਓ ਤੇ ਗ੍ਰਹਿ ਟਲ ਜਾਏਗਾ ਇੱਕ ਪੜੀ ਦੇਣ ਨਾਲ। ਤੇ ਜਿਹਨੇ ਡੱਬਾ ਸਾਹਿਬ ਨੂੰ ਪਕੌੜੇ ਖਾ ਲਏ ਮਰ ਜਾਣਾ ਚਾਹੀਦਾ ਹੈ। ਜੇ ਆਪਾਂ ਕਹਿੰਦੇ ਵੀ ਡੱਬੇ 'ਚ ਗ੍ਰਹਿ ਪੈ ਗਿਆ ਤੇਲ ਦੇ ਨਾਲ, ਤੇ ਜਿਹਨੇ ਸਾਰਾ ਗ੍ਰਹਿ ਖਾ ਲਏ ਉਹ ਤਾਂ ਮਰ ਜਾਏਗਾ। ਰੱਬ ਦਾ ਵਾਸਤਾ, ਜੇ ਆਪਾਂ ਗੁਰੂ ਕੇ ਸਿੱਖ ਹਾਂ, ਆਪਾਂ ਨੂੰ ਸ਼ਨੀ ਦਾ ਕੋਈ ਅਸਰ ਨਹੀਂ, ਸਾਡੇ ਤੇ ਮੰਗਲ ਦਾ ਕੋਈ ਅਸਰ ਨਹੀਂ। ਕਿਉਂ? ਜਿਹੜੇ ਭੁੱਲ ਗਏ ਨੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋ। ਸਾਨੂੰ ਵਾਹਿਗੁਰੂ ਨਾ ਭੁੱਲੇ ਫਿਰ ਦੁੱਖ ਹੀ ਕੋਈ ਨਹੀਂ। ਇਹ ਸਤਿਗੁਰੂ ਪਾਤਸ਼ਾਹ ਸਾਡੇ ਤੇ ਰਹਿਮਤਾਂ ਕਰਨ। ਇਹ ਸਤਿਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ, ਭੁੱਲਾਂ ਚੁੱਕਾਂ ਦੀ ਮਾਫੀ ਜੀ। ਤੂੰ ਕੌਣ ਰੇ ਮੈਂ ਜੀ ਨਾਮਾ। ਹੋ ਜੀ ਆਲਾ ਤੇ ਨਿਵਾਰਣਾ ਜਮ ਕਾਰਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।